ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਆਪ ਸੰਗਤਾਂ ਜੋ ਸੁਖਮਨੀ ਸਾਹਿਬ ਜੀ ਦੇ ਵਿਚਾਰ ਦੇ ਨਾਲ ਜੁੜਦੇ ਹੋਏ, ਸਤਿਗੁਰੂ ਜੀ ਨੇ ਸਾਨੂੰ ਸਮਾਂ ਬਖਸ਼ਿਆ ਹੈ। ਅਸੀਂ ਅੱਜ ਜੋ ਹੈ ਉਹ 6ਵੀਂ ਅਸ਼ਟਪਦੀ ਤੋਂ ਆਪਣੀ ਵਿਚਾਰ ਆਰੰਭ ਕਰਨੀ ਹੈ। ਇਹਦੇ ਨਾਲ ਜੋ ਸ਼ਲੋਕ ਹੈ ਸਤਿਗੁਰੂ ਜੀ ਦਾ, ਉਹ ਹੈ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਸ ਬਾਣੀ ਨੂੰ ਅਸੀਂ ਵਿਚਾਰਦੇ ਪਏ ਹਾਂ ਉਹਦਾ ਨਾਮ ਹੈ ਸੁਖਮਨੀ, ਸੁੱਖਾਂ ਦਾ ਖਜ਼ਾਨਾ। ਤੇ ਜੇਕਰ ਅਸੀਂ ਇਹਨੂੰ ਇਸ ਪਾਸੇ ਤੋਂ ਵੇਖਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਸੁੱਖ ਆਉਣ ਤੇ ਕਿਸ ਪਾਸੇ ਤੋਂ ਆਉਣ, ਤੇ ਉਹਦੇ ਵਿੱਚ ਆਹ ਚੀਜ਼ ਬੜੀ ਜ਼ਰੂਰੀ ਹੋ ਜਾਂਦੀ ਹੈ ਵੀ ਅਸੀਂ ਰੱਬ ਦੇ ਕੋਲੋਂ ਕੀ ਮੰਗਦੇ ਪਏ। ਬਹੁਤ ਅਸੀਂ ਅਰਦਾਸਾਂ ਕਰਦੇ ਹਾਂ ਵਾਹਿਗੁਰੂ ਦੇ ਅੱਗੇ ਆਪਣੇ ਸੁੱਖ ਦੀ ਖਾਤਰ ਵੀ ਸਾਨੂੰ ਆਹ ਚੀਜ਼ ਚਾਹੀਦੀ ਹੈ, ਸਾਨੂੰ ਕੋਈ ਨਾ ਕੋਈ ਮਟੀਰੀਅਲ ਲਾਈਫ ਦੇ ਵਿੱਚ ਸੁੱਖ ਅਸੀਂ ਸਾਰਾ ਕੁਝ ਮੰਗਦੇ ਹਾਂ। ਮੰਗਣਾ ਵੀ ਚਾਹੀਦਾ ਹੈ, ਮਹਾਰਾਜ ਨੇ ਸਾਨੂੰ ਦੱਸਿਆ ਹੈ। ਪਰ ਉਹਦੇ ਨਾਲ ਸਾਡਾ ਜਿਹੜਾ ਅੰਦਰ ਦਾ ਅਧਿਆਤਮ ਜੀਵਨ ਹੈ, ਉਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਸਾਡੀ ਜ਼ਿੰਦਗੀ 'ਚ ਜਿਹੜੇ ਪਾਉਣ ਵਾਲੇ ਨੇ ਉਹ 5 ਵਿਕਾਰ ਨੇ, ਪੂਰੀ ਮਨੁੱਖਤਾ ਨੂੰ ਚੰਬੜੇ ਹੋਏ ਨੇ। ਤੇ ਗੁਰੂ ਸਾਹਿਬ ਨੇ ਇਸ ਕਰਕੇ ਜਿੱਥੇ ਅਸੀਂ ਅਰਦਾਸ ਦੇ ਵਿੱਚ ਬਾਕੀ ਚੀਜ਼ਾਂ ਮੰਗਦੇ ਹਾਂ ਨਾ, ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ, ਹਰ ਇੱਕ ਦੀ ਮੰਗ ਪਰਸਨਲ ਹੋ ਸਕਦੀ ਹੈ, ਪਰ ਮੰਗ ਹਰ ਕੋਈ ਰਿਹਾ ਹੈ। ਪਰ ਗੁਰੂ ਸਾਹਿਬ ਨੇ ਇੱਥੇ ਕੀ ਗੱਲ ਕੀਤੀ ਹੈ ਵੀ ਸੱਚੇ ਪਾਤਸ਼ਾਹ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ। ਵਾਹਿਗੁਰੂ ਜੀਓ ਬਖਸ਼ਿਸ਼ ਕਰੋ, ਮੇਰਾ ਕਾਮ, ਕ੍ਰੋਧ ਗੁੱਸਾ, ਲੋਭ ਲਾਲਚ, ਮੋਹ, ਮੇਰੀ ਜਿਹੜੀ ਹਰ ਇੱਕ ਚੀਜ਼ ਦੀ ਖਿੱਚ ਦੀ ਭਾਵਨਾ ਨਾ ਕਿ ਹਰ ਚੀਜ਼ ਮੇਰੀ ਹੋ ਜਾਵੇ, ਹਰ ਚੀਜ਼ ਦੇ ਉੱਤੇ ਮੇਰਾ ਇੱਕ ਧਿਆਨ ਡਿੱਗ ਪੈਂਦਾ ਹੈ, ਜਾ ਕੇ ਹਰ ਚੀਜ਼ ਦੇ ਵੱਲ ਮੈਂ ਮੋਹਿਆ ਜਾਣਾ। ਬਿਨ ਸਜਾਏ ਅਹਮੇਵ, ਤੇ ਮੇਰਾ ਹੰਕਾਰ ਜਿਹੜਾ ਹੈ ਉਹ ਖਤਮ ਹੋ ਜਾਵੇ, ਬਿਨ ਸਜਾਵੇ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਪ੍ਰਸਾਦ ਦਾ ਮਤਲਬ ਹੈ ਕਿਰਪਾ। ਇਹਨੂੰ ਸਮਝ ਲੈਣਾ, ਅਸ਼ਟਪਦੀ ਦੇ ਵਿੱਚ ਪ੍ਰਸਾਦ ਸ਼ਬਦ ਦੱਦੇ ਨੂੰ ਸਿਹਾਰੀ ਦੇ ਨਾਲ ਆਵੇਗਾ, ਉਹਦਾ ਮਤਲਬ ਹੈ ਪ੍ਰਸਾਦ ਦੇ ਨਾਲ, ਕਿਰਪਾ ਦੇ ਨਾਲ। ਪਰ ਇੱਥੇ ਪ੍ਰਸਾਦ ਦਾ ਮਤਲਬ ਹੈ ਇਹ ਨਾਉਨ ਦੇ ਰੂਪ ਦੇ ਵਿੱਚ ਆਇਆ ਹੈ, ਤੂੰ ਕਿਰਪਾ ਕਰ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤਿਗੁਰੂ ਕਹਿੰਦੇ ਨੇ, ਐ ਵਾਹਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਐ ਗੁਰੂਆਂ ਦੇ ਗੁਰੂ ਦੇਵ ਗੁਰੂ ਭਗ ਕੇ ਵਾਹਿਗੁਰੂ ਜੀਓ ਕਿਰਪਾ ਕਰ, ਮੇਰਾ 5 ਵਿਕਾਰਾਂ ਤੋਂ ਖਹਿੜਾ ਛੁੱਟ ਜਾਵੇ। ਤੇ ਸਤਿਗੁਰੂ ਅਸ਼ਟਪਦੀ 'ਚ ਗੱਲ ਕਰਦੇ ਨੇ, ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੀ। ਇਹਨੂੰ ਸਮਝ ਲੈਣਾ, ਪ੍ਰਸਾਦ ਸ਼ਬਦ ਨਹੀਂ ਪੜਾਂਗੇ, ਪ੍ਰਸਾਦ ਸ਼ਬਦ ਪੜਨਾ ਹੈ। ਪ੍ਰਸਾਦ ਸ਼ਬਦ ਦਾ ਮਤਲਬ ਹੁੰਦਾ ਹੈ ਜੋ ਅਸੀਂ ਛਕਦੇ ਹਾਂ, ਪ੍ਰਸਾਦ ਦਾ ਮਤਲਬ ਹੈ ਕਿਰਪਾ। ਇਸ ਕਰਕੇ ਜਿਹ ਪ੍ਰਸਾਦ ਜਿਹਦੀ ਕਿਰਪਾ ਦੇ ਨਾਲ, ਸਾਰੀ ਅਸ਼ਟਪਦੀ ਦੇ ਵਿੱਚ ਇਹੋ ਹੀ ਅਰਥ ਆਉਣਗੇ। 36 ਅੰਮ੍ਰਿਤ ਖਾਹੇ, 36 ਅੰਮ੍ਰਿਤ ਦਾ ਮਤਲਬ ਹੈ 36 ਪ੍ਰਕਾਰ ਦੇ ਭੋਜਨ, ਤਰੀਕਿਆਂ ਦੇ ਭੋਜਨ ਤੂੰ ਖਾ ਲੈਂਦਾ ਹੈ। ਮਾਲਕ ਨੇ ਤੇਰੇ ਘਰ ਦੇ ਵਿੱਚ ਦਿੱਤੇ ਹੋਏ ਨੇ, ਤੇ ਉਤੋਂ ਮਾਲਕ ਨੇ ਤੈਨੂੰ ਇਹ ਗੁਣ ਵੀ ਬਖਸ਼ਿਆ ਹੈ ਕਿ ਤੂੰ ਇਹਨਾਂ ਨੂੰ ਖਾ ਵੀ ਸਕਦਾ ਹੈ। ਜਿਸ ਠਾਕੁਰ ਕਉ ਰੱਖ ਮਨ ਮਾਹੇ, ਜਿਹਦੀ ਕਿਰਪਾ ਦੇ ਨਾਲ ਤੂੰ 36 ਪ੍ਰਕਾਰ ਦੇ ਭੋਜਨ ਖਾਂਦਾ ਹੈ, ਉਸ ਵਾਹਿਗੁਰੂ ਨੂੰ ਆਪਣੇ ਚਿੱਤ ਦੇ ਵਿੱਚ ਰੱਖ, ਮਨ ਦੇ ਵਿੱਚ ਰੱਖ। ਜਿਹ ਪ੍ਰਸਾਦ ਸੁਗੰਧਤ ਤਨ ਲਾਵੇਂ, ਜਿਹਦੀ ਕਿਰਪਾ ਦੇ ਨਾਲ ਤੂੰ ਆਪਣੇ ਤਨ ਦੇ ਉੱਤੇ ਸੁਗੰਧੀਆਂ ਸੈਂਟ ਆਦਿਕ ਲਾ ਲੈਂਦਾ ਹੈ। ਤਿਸ ਕਉ ਸਿਮਰਤ ਪਰਮਗਤ ਪਾਵੇਂ, ਉਸ ਵਾਹਿਗੁਰੂ ਨੂੰ ਸਿਮਰਦਿਆਂ, ਉਸ ਵਾਹਿਗੁਰੂ ਦਾ ਸਿਮਰਨ ਕੀਤਿਆਂ ਤੂੰ ਪਰਮਗਤ ਉੱਚੀ ਅਵਸਥਾ ਹਾਸਲ ਕਰ ਲਵੇਂਗਾ। ਜੇ ਪ੍ਰਸਾਦ ਬਸੇ ਹੈ ਸੁਖ ਮੰਦਰ, ਜਿਹਦੀ ਕਿਰਪਾ ਦੇ ਨਾਲ ਤੂੰ ਆਪਣੇ ਮੰਦਰ ਦੇ ਵਿੱਚ, ਆਪਣੇ ਘਰ ਦੇ ਵਿੱਚ ਸੁਖ ਦੇ ਨਾਲ ਵਸਦਾ ਪਿਆ ਹੈ। ਤਿਸ ਹੈ ਧਿਆਏ ਸਦਾ ਮਨ ਅੰਦਰ, ਉਸ ਵਾਹਿਗੁਰੂ ਨੂੰ ਸਦਾ ਆਪਣੇ ਮਨ ਦੇ ਅੰਦਰ ਧਿਆ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਇਹਨੂੰ ਗ੍ਰਹਿ ਨਹੀਂ ਪੜਾਂਗੇ, ਜੋ ਪੈਰ ਦੇ ਵਿੱਚ ਰਾਰਾ ਹੈ ਗੱਗੇ ਦੇ, ਉਹਨੂੰ ਸਿਹਾਰੀ ਦੀ ਮਾਤਰਾ ਲਗਾਉਣੀ ਹੈ। ਗ੍ਰਹਿ, ਜਿਹਦੀ ਕਿਰਪਾ ਦੇ ਨਾਲ ਤੂੰ ਆਪਣੇ ਗ੍ਰਹਿ ਦੇ ਵਿੱਚ, ਆਪਣੇ ਘਰ ਦੇ ਵਿੱਚ ਸੁੱਖ ਨਾਲ ਵਸਦਾ ਹੈ। 8 ਪਹਿਰ ਸਿਮਰਹੁ ਤਿਸ ਰਸਨਾ, 8 ਪਹਿਰ ਆਪਣੀ ਜ਼ੁਬਾਨ ਦੇ ਨਾਲ ਉਸ ਮਾਲਕ ਦੇ ਗੁਣਾਂ ਨੂੰ ਗਾ।
ਜੇ ਪ੍ਰਸਾਦ ਰੰਗ ਰਸ ਭੋਗ, ਕਈ ਤਰੀਕਿਆਂ ਦੇ ਰੰਗ ਤਮਾਸ਼ੇ, ਕਈ ਤਰੀਕਿਆਂ ਦੇ ਸਵਾਦ ਤੂੰ ਭੋਗਦਾ ਹੈ, ਮਾਣਦਾ ਹੈ। ਨਾਨਕ ਸਦਾ ਧਿਆਈਐ ਧਿਆਵਨ ਜੋਗ, ਉਸ ਧਿਆਉਣ ਜੋਗ ਰੱਬ ਨੂੰ ਸਦਾ ਧਿਆਉਣਾ ਚਾਹੀਦਾ ਹੈ। ਪਟ ਪਟੰਬਰ ਹੰਡਾਵੇਂ, ਭਾਵ ਜੀ ਦੀ ਕਿਰਪਾ ਦੇ ਨਾਲ। ਪਟ ਦਾ ਮਤਲਬ ਹੁੰਦਾ ਹੈ ਰੇਸ਼ਮ, ਰੇਸ਼ਮੀ ਕੱਪੜੇ, ਭਾਵ ਕਿ ਕੀਮਤੀ ਤੋਂ ਕੀਮਤੀ ਕੱਪੜੇ ਤੂੰ ਆਪਣੇ ਸਰੀਰ ਦੇ ਉੱਤੇ ਪਾ ਕੇ ਹੰਢਾ ਲੈਂਦਾ ਹੈ। ਤਿਸਹਿ ਤਿਆਗ ਕਤ ਅਵਰ ਲੁਭਾਵੇਂ, ਤੇ ਉਸ ਵਾਹਿਗੁਰੂ ਨੂੰ ਛੱਡ ਕੇ ਤੂੰ ਹੋਰ ਕਿਧਰ ਲੋਭੀ ਹੋਇਆ ਫਿਰਦਾ ਹੈ। ਜੇ ਪ੍ਰਸਾਦ ਸੁਖ ਸੇਜ ਸੋਈ ਜੈ, ਜਿਹਦੀ ਕਿਰਪਾ ਦੇ ਨਾਲ ਤੂੰ ਬੜੇ ਸੁੱਖ ਦੇ ਨਾਲ ਸੇਜ ਦੇ ਉੱਤੇ ਸੌਂਦਾ ਹੈ। ਸੇਜ ਦਾ ਮਤਲਬ ਬੈੱਡ, ਵਧੀਆ ਆਰਾਮਗਾਹ, ਉਹਦੇ ਉੱਤੇ ਤੂੰ ਸੌਂਦਾ ਹੈ, ਤੈਨੂੰ ਸਕੂਨ ਦੀ ਨੀਂਦ ਆ ਜਾਂਦੀ ਹੈ। ਮਨ ਆਠ ਪਹਿਰ ਤਾਕਾ ਜਸ ਗਾਵੀਜੈ, ਉਸ ਰੱਬ ਦਾ ਅੱਠੇ ਪਹਿਰ ਗੁਣ ਗਾ, ਜਿਹਦੀ ਕਿਰਪਾ ਦੇ ਨਾਲ ਤੈਨੂੰ ਸੁੱਖ ਦੇ ਅਸਥਾਨ ਦੇ ਉੱਤੇ ਸੁੱਖ ਦੀ ਨੀਂਦ ਆ ਜਾਂਦੀ ਹੈ। ਜੇ ਪ੍ਰਸਾਦ ਤੁਝ ਸਭ ਕਉ ਮਾਨੈ, ਜਿਹਦੀ ਕਿਰਪਾ ਦੇ ਨਾਲ ਤੈਨੂੰ ਹਰ ਕੋਈ ਮਾਣ ਦਿੰਦਾ ਹੈ। ਮਾਣ ਦਾ ਭਾਵ ਹੈ ਰਿਸਪੈਕਟ, ਇੱਜ਼ਤ ਦਿੰਦਾ ਹੈ ਤੈਨੂੰ ਹਰ ਕੋਈ। ਮੁਖ ਤਾਕੋ ਜਸ ਰਸਨ ਬਖਾਨੈ, ਸਤਿਗੁਰੂ ਕਹਿੰਦੇ ਮੂੰਹ ਦੇ ਨਾਲ ਤੇ ਜ਼ੁਬਾਨ ਦੇ ਨਾਲ ਉਸ ਮਾਲਕ ਦੇ ਗੁਣਾਂ ਨੂੰ ਬੋਲ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਧਰਮ ਦਾ ਮਤਲਬ ਹੈ ਫਰਜ਼। ਤੂੰ ਕਿਸੇ ਨੂੰ ਜ਼ੁਬਾਨ ਕਰ ਦਿੰਦਾ ਹੈ, ਪ੍ਰੋਮਿਸ ਕਰ ਦਿੰਦਾ ਹੈ, ਤੇ ਤੇਰਾ ਉਹ ਪ੍ਰੋਮਿਸ ਪੂਰਾ ਹੋ ਜਾਂਦਾ ਹੈ। ਜਿਹਦੀ ਕਿਰਪਾ ਦੇ ਨਾਲ ਤੇਰਾ ਧਰਮ ਰਹਿ ਜਾਂਦਾ ਹੈ, ਲੋਕਾਂ ਦੇ ਵਿੱਚ ਤੇਰਾ ਮਾਣ ਰਹਿ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਇਹ ਮਨ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ। ਪ੍ਰਭ ਜੀ ਜਪਤ ਦਰਗਾਹ ਮਾਨ ਪਾਵਹਿ, ਵਾਹਿਗੁਰੂ ਜੀ ਨੂੰ ਜਪ ਕੇ ਤੂੰ ਮਾਲਕ ਦੇ ਘਰ ਦੇ ਵਿੱਚ ਮਾਣ ਪ੍ਰਾਪਤ ਕਰ ਲਵੇਂਗਾ। ਨਾਨਕ ਪਤ ਸੇਤੀ ਕਰ ਜਾਵੇ, ਤੇ ਇੱਜ਼ਤ ਦੇ ਨਾਲ, ਪਤ ਦੇ ਨਾਲ ਤੂੰ ਇਸ ਸੰਸਾਰ ਦੇ ਵਿੱਚ ਵੀ ਜੀਵੇਂਗਾ, ਤੇ ਇੱਜ਼ਤ ਦੇ ਨਾਲ ਹੀ ਤੂੰ ਮਾਲਕ ਦੇ ਘਰ ਦੇ ਵਿੱਚ ਪ੍ਰਵੇਸ਼ ਕਰੇਗਾ। ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਸਤਿਗੁਰੂ ਨੇ ਇੰਨੀ ਕਿਰਪਾ ਕੀਤੀ ਹੈ, ਸਾਡੇ ਸਰੀਰ ਨੂੰ ਹੀ ਸੋਨੇ ਵਰਗਾ ਕਿਹਾ ਹੈ। ਤੰਦਰੁਸਤੀ ਅਤੇ ਸਾਰੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਨੇ। ਜਿਹਦੀ ਕਿਰਪਾ ਦੇ ਨਾਲ ਤੇਰਾ ਸਰੀਰ ਅਰੋਗੀ ਹੈ, ਭਾਵ ਕਿ ਇਹਨੂੰ ਕੋਈ ਰੋਗ ਨਹੀਂ ਹੈ। ਕੰਚਨ ਦੇਹੀ, ਕੰਚਨ ਦਾ ਮਤਲਬ ਸੋਨਾ, ਸੋਨੇ ਵਰਗਾ ਤੇਰਾ ਸਰੀਰ ਹੈ, ਭਾਵ ਕਿ ਬੜਾ ਕੀਮਤੀ ਤੇ ਬੜਾ ਤੰਦਰੁਸਤ ਸਰੀਰ ਹੈ। ਲਿਵ ਲਾਭੋ ਤਿਸ ਰਾਮ ਸਨੇਹੀ, ਤੇ ਇਸ ਸਰੀਰ ਨੂੰ ਵਰਤ ਕੇ, ਇਹਨੂੰ ਯੂਜ਼ ਕਰਕੇ ਮਾਲਕ ਦੇ ਨਾਲ ਜਿਹੜਾ ਪਿਆਰਾ ਹੈ, ਸਨੇਹੀ ਹੈ, ਉਹਦੇ ਨਾਲ ਤੂੰ ਆਪਣੀ ਲਿਵ ਲਾ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਜਿਹਦੀ ਕਿਰਪਾ ਦੇ ਨਾਲ ਤੇਰਾ ਓਲਾ ਰਹਿ ਜਾਂਦਾ ਹੈ, ਤੇਰਾ ਪਰਦਾ ਕੱਜਿਆ ਜਾਂਦਾ ਹੈ, ਭਾਵ ਕਿ ਜੋ ਅੰਦਰ ਚੱਲਦਾ ਹੈ ਉਹ ਦੁਨੀਆ ਨੂੰ ਕਿਸੇ ਵੇਲੇ ਨਹੀਂ ਪਤਾ ਲੱਗਦਾ। ਹਜ਼ੂਰ ਕਹਿੰਦੇ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ, ਉਸ ਵਾਹਿਗੁਰੂ ਦੇ ਜਸ ਨੂੰ ਕਹਿ ਕੇ ਤੂੰ ਸੁਖ ਪਾ ਲਵੇਂਗਾ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਛਿਦਰ ਦਾ ਮਤਲਬ ਕਮਜ਼ੋਰੀ, ਜਿਹਦੀ ਕਿਰਪਾ ਦੇ ਨਾਲ ਤੇਰੀਆਂ ਕਮਜ਼ੋਰੀਆਂ ਢਕੀਆਂ ਰਹਿ ਜਾਂਦੀਆਂ ਨੇ, ਭਾਵ ਕਿ ਜੇ ਕੋਈ ਕਮਜ਼ੋਰੀ ਹੈ ਤੇ ਇਹ ਨਹੀਂ ਵੀ ਦੁਨੀਆ ਨੂੰ ਉਸੇ ਵੇਲੇ ਸਾਹਮਣੇ ਆ ਜਾਂਦੀ ਹੈ। ਅੰਦਰ ਦੇ ਐਬ, ਅੰਦਰ ਦੀਆਂ ਗਲਤੀਆਂ ਸਾਰਿਆਂ ਦੇ ਅੰਦਰ ਹੁੰਦੀਆਂ ਨੇ, ਪਰ ਰੱਬ ਦੀ ਕਿਰਪਾ ਹੈ ਕਿ ਉਹ ਢਕੀਆਂ ਰਹਿ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਲੋਕੀ ਤੇਰੇ ਬਾਰੇ, ਤੇਰੀਆਂ ਗਲਤੀਆਂ ਨੂੰ ਇੱਕਦਮ ਨਹੀਂ ਜਾਣ ਪਾਉਂਦੇ, ਕਿਉਂਕਿ ਜੇ ਗਲਤੀਆਂ ਨੂੰ ਜਾਣਨਗੇ ਤੇ ਫਿਰ ਵੇਖੋ ਲੋਕੀ ਗਲਤੀਆਂ ਹੀ ਜ਼ਿਆਦਾ ਵੇਖਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹਦੀ ਕਿਰਪਾ ਦੇ ਨਾਲ ਤੇਰੀਆਂ ਗਲਤੀਆਂ ਨਹੀਂ ਸਾਹਮਣੇ ਆਉਂਦੀਆਂ, ਲੋਕਾਂ ਦੇ ਵਿੱਚ ਨਹੀਂ ਆਉਂਦੀਆਂ ਨਾ, ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਕੈ, ਇਹ ਮਨ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਪੈ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਜਿਹਦੀ ਕਿਰਪਾ ਦੇ ਨਾਲ ਲੋਕੀ ਅਨੇਕਾਂ ਤੇਰੇ ਉੱਤੇ ਬੁਰਾ ਕਰਨ ਦੇ ਬਾਰੇ ਕੁਝ ਸੋਚਦੇ ਨੇ, ਕੁਝ ਮਾੜਾ ਕਰਨ ਦਾ ਸੋਚਦੇ ਨੇ, ਪਰ ਤੇਰੇ ਤੱਕ ਕੋਈ ਪਹੁੰਚ ਨਹੀਂ ਪਾਉਂਦਾ। ਕਿਉਂ? ਕਿਉਂਕਿ ਚਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਇਸ ਕਰਕੇ ਮਹਾਰਾਜ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੇਰੇ ਉੱਤੇ ਕੋਈ ਹਮਲਾ ਨਹੀਂ ਕਰ ਪਾਉਂਦਾ, ਭਾਵ ਕਿ ਤੈਨੂੰ ਕੋਈ ਅਟੈਕ ਨਹੀਂ ਕਰ ਸਕਦਾ, ਫਿਜ਼ੀਕਲੀ ਨਹੀਂ, ਮੈਂਟਲੀ ਵੀ ਹੋਵੇ, ਕੋਈ ਤੇਰਾ ਬੁਰਾ ਵੀ ਚਿਤਵਦਾ ਹੋਵੇ। ਸਤਿਗੁਰੂ ਕਹਿੰਦੇ ਜਿਹੜਾ ਉਹ ਇਹੋ ਜਿਹਾ ਕੁਝ ਨਹੀਂ ਜਿਹਦਾ ਵਸ ਚੱਲਦਾ ਨਾ, ਉਸ ਮਾਲਕ ਨੂੰ ਹਰ ਸਾਹ ਦੇ ਨਾਲ ਸਿਮਰ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲੱਭ ਦੇਹ, ਜਿਹਦੀ ਕਿਰਪਾ ਦੇ ਨਾਲ ਤੂੰ ਇਸ ਦੁਰਲੱਭ ਦੇਹੀ ਨੂੰ ਪ੍ਰਾਪਤ ਕੀਤਾ ਹੈ। ਨਾਨਕ ਤਾ ਕੀ ਭਗਤ ਕਰੇ, ਉਸ ਵਾਹਿਗੁਰੂ ਦੀ ਭਗਤੀ ਕਰ। ਜੇ ਪ੍ਰਸਾਦ ਆ ਭੂਖਨ ਪਹਿਰੀਜੈ, ਜਿਹਦੀ ਕਿਰਪਾ ਦੇ ਨਾਲ ਤੂੰ ਸੁੰਦਰ ਗਹਿਣੇ ਸਰੀਰ ਦੇ ਉੱਤੇ ਪਹਿਨਦਾ ਹੈ। ਆ ਭੂਖਨ ਵਿਭੂਸ਼ਿਤ ਕਰਨਾ, ਆਪਣੇ ਆਪ ਨੂੰ ਸਜਾਉਣਾ। ਗੁਰੂ ਸਾਹਿਬ ਇੱਥੇ ਪ੍ਰਮੋਟ ਨਹੀਂ ਕਰਦੇ ਪਏ ਗਹਿਣਿਆਂ ਨੂੰ,
ਪਰ ਗੁਰੂ ਸਾਹਿਬ ਨੇ ਇੱਕ ਆਮ ਗੱਲ ਕੀਤੀ ਹੈ ਵੀ ਜੇ ਰੱਬ ਕਿਰਪਾ ਨਾ ਕਰੇ ਤੇ ਭਾਈ ਇਹ ਚੀਜ਼ਾਂ ਵੀ ਸਰੀਰ ਦੇ ਉੱਤੇ ਜਿਹੜੀਆਂ ਨੇ ਉਹ ਸ਼ੋਭਾ ਨਹੀਂ ਦਿੰਦੀਆਂ। ਜਿਸ ਤਰ੍ਹਾਂ ਕੋਈ ਬਿਮਾਰ ਹੋਵੇ ਤੇ ਉਹ ਤੰਦਰੁਸਤੀ ਦੇ ਬਾਰੇ ਸੋਚੇਗਾ, ਨਾ ਕਿ ਆਪਣੇ ਗਹਿਣਿਆਂ ਦੇ ਬਾਰੇ। ਹਜ਼ੂਰ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ ਇਹ ਗਹਿਣੇ ਆਦਿਕ ਪਾਉਂਦਾ ਹੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ, ਉਸ ਰੱਬ ਨੂੰ ਸਿਮਰਨ ਦੇ ਵੇਲੇ ਤੂੰ ਆਲਸ ਫਿਰ ਕਿਉਂ ਕਰਦਾ ਹੈ। ਜਿਹ ਪ੍ਰਸਾਦ ਅਸ਼ਵ ਹਸਤ ਅਸਵਾਰੀ, ਜਿਹਦੀ ਕਿਰਪਾ ਦੇ ਨਾਲ ਤੂੰ ਹਾਥੀ ਘੋੜੇ ਇਹਨਾਂ ਦੀ ਅਸਵਾਰੀ ਕਰਦਾ ਹੈ। ਹਸਤ ਦਾ ਮਤਲਬ ਹੈ ਹਾਥੀ, ਅਸ਼ਵ ਦਾ ਮਤਲਬ ਹੈ ਘੋੜੇ, ਇਹਨਾਂ ਦੀ ਸਵਾਰੀ ਕਰਦਾ ਹੈ। ਮਨ ਤਿਸ ਪ੍ਰਭ ਕਉ ਕਬਹੂ ਨਾ ਵਿਸਾਰੀ, ਇਹ ਮਨ ਉਸ ਵਾਹਿਗੁਰੂ ਨੂੰ ਕਦੀ ਵੀ ਨਾ ਭੁੱਲੀ। ਜੇ ਪ੍ਰਸਾਦ ਬਾਗ ਮਿਲਖ ਧਨਾ, ਜਿਹਦੀ ਕਿਰਪਾ ਦੇ ਨਾਲ ਤੈਨੂੰ ਬਾਗ ਮਿਲੇ ਹੋਏ ਨੇ ਟਹਿਲਣ ਦੇ ਲਈ, ਤੈਨੂੰ ਜਾਇਦਾਦ ਮਿਲੀ ਹੈ, ਤੇਰੇ ਕੋਲ ਧਨ ਹੈ। ਰਾਖ ਪਰੋਏ ਪ੍ਰਭ ਆਪਣੇ ਮਨਾ, ਉਸ ਪ੍ਰਭੂ ਨੂੰ ਆਪਣੇ ਮਨ ਦੇ ਵਿੱਚ ਪਰੋ ਕੇ ਰੱਖ, ਹਰ ਵੇਲੇ ਉਹਨੂੰ ਚੇਤੇ ਦੇ ਵਿੱਚ ਰੱਖ। ਜੇ ਤੇਰੀ ਮਨ ਬਣਤ ਬਣਾਈ, ਜਿਸ ਵਾਹਿਗੁਰੂ ਨੇ ਤੇਰੀ ਬਣਤਰ ਬਣਾਈ ਹੈ, ਭਾਵ ਕਿ ਜਿਹਨੇ ਤੈਨੂੰ ਪੈਦਾ ਕੀਤਾ ਹੈ, ਐ ਮਨ ਉਠਤ ਬੈਠਤ ਸਦ ਤਿਸ ਹੈ ਧਿਆਈ, ਉੱਠਦਿਆਂ ਬਹਿੰਦਿਆਂ ਹਰ ਵੇਲੇ ਉਸ ਮਾਲਕ ਦਾ ਧਿਆਨ ਕਰੀ। ਤਿਸ ਹੈ ਧਿਆਏ ਜੋ ਏਕ ਅਲਖ ਹੈ, ਇਹ ਵਾਹਿਗੁਰੂ ਕਹਿੰਦੇ ਨੇ ਕਿ ਉਸ ਵਾਹਿਗੁਰੂ ਨੂੰ ਸਦਾ ਧਿਆ ਜੋ ਇੱਕ ਹੈ ਤੇ ਲਖਿਆ ਨਹੀਂ ਜਾ ਸਕਦਾ, ਭਾਵ ਕਿ ਜਿਹਦੇ ਬਾਰੇ ਮੁਕੰਮਲ ਜਾਣਕਾਰੀ ਨਹੀਂ ਹਾਸਲ ਕੀਤੀ ਜਾ ਸਕਦੀ। ਇਹਾਂ ਉਹਾਂ ਨਾਨਕ ਤੇਰੀ ਰੱਖੈ, ਉਹ ਵਾਹਿਗੁਰੂ ਤੇਰੀ ਲੋਕ ਤੇ ਪਰਲੋਕ ਦੇ ਵਿੱਚ ਇੱਜ਼ਤ ਰੱਖਦਾ ਹੈ, ਭਾਵ ਕਿ ਪ੍ਰੈਜ਼ੈਂਟ ਤੇ ਫਿਊਚਰ ਇਹਨਾਂ ਦੋਵਾਂ ਦੇ ਵਿੱਚ ਤੇਰੀ ਇੱਜ਼ਤ ਰੱਖਦਾ ਹੈ। ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ, ਜਿਹਦੀ ਕਿਰਪਾ ਦੇ ਨਾਲ ਤੂੰ ਦਾਨ ਪੁੰਨ ਕਰਦਾ ਹੈ। ਮਨ ਆਠ ਪਹਿਰ ਕਰ ਤਿਸ ਕਾ ਧਿਆਨ, ਤੇ ਉਸ ਵਾਹਿਗੁਰੂ ਦਾ ਧਿਆਨ ਕਰ ਵੀ ਤੈਨੂੰ ਉਹਨੇ ਦਾਨੀ ਬਣਾ ਦਿੱਤਾ ਹੈ, ਤੂੰ ਕੁਝ ਵੰਡਣ ਵਾਲਾ ਹੋ ਗਿਆ ਹੈ, ਤੂੰ ਮੰਗਣ ਵਾਲਾ ਨਹੀਂ ਹੋਇਆ, ਇਹ ਉਹਦੀ ਕਿਰਪਾ ਹੈ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਜਿਹਦੀ ਕਿਰਪਾ ਦੇ ਨਾਲ ਤੂੰ ਕਈ ਧਾਰਮਿਕ ਰਸਮਾਂ ਜਾਂ ਆਮ ਸਮਾਜਿਕ ਰਸਮਾਂ ਨਿਭਾਉਂਦਾ ਹੈ। ਆਚਾਰ ਵਿਵਹਾਰ ਦਾ ਮਤਲਬ ਹੈ ਰਸਮਾਂ ਨਿਭਾਉਣੀਆਂ, ਕਰਮ ਕਰਨੇ ਜੋ ਸਾਡੇ ਸਮਾਜਿਕ ਜਾਂ ਧਾਰਮਿਕ ਕਰਮ ਨੇ। ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ, ਸਤਿਗੁਰੂ ਕਹਿੰਦੇ ਹਰ ਸਾਹ ਦੇ ਨਾਲ ਉਸ ਮਾਲਕ ਨੂੰ ਚੇਤੇ ਕਰ ਚਿਤਾਰ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਜਿਹਦੀ ਕਿਰਪਾ ਦੇ ਨਾਲ ਤੇਰਾ ਰੰਗ ਸੋਹਣਾ ਹੈ, ਤੇਰੀ ਹਸਤੀ ਸੋਹਣੀ ਹੈ, ਸੋ ਪ੍ਰਭ ਸਿਮਰੋ ਸਦਾ ਅਨੂਪ, ਉਸ ਅਨੂਪ ਰੱਬ ਨੂੰ ਜਿਹਦੀ ਉਪਮਾ ਨਹੀਂ ਦਿੱਤੀ ਜਾ ਸਕਦੀ, ਕਿਸੇ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਉਸ ਪ੍ਰਭੂ ਨੂੰ ਸਦਾ ਸਿਮਰ। ਜੇ ਪ੍ਰਸਾਦ ਤੇਰੀ ਨੀਕੀ ਜਾਤ, ਨਿੱਕੀ ਜਾਤ ਦਾ ਮਤਲਬ ਹੈ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਸਾਰੀ ਸ੍ਰਿਸ਼ਟੀ ਦੇ ਵਿੱਚੋਂ ਰੱਬ ਨੇ ਤੈਨੂੰ ਸਰਦਾਰ ਬਣਾਇਆ ਹੈ ਨਾ। ਨਿੱਕੀ ਜਾਤ ਦਾ ਮਤਲਬ ਹੈ ਨੀਕੀ ਸੁੰਦਰ, ਜਾਤੀ ਦਾ ਭਾਵ ਮਨੁੱਖਾ ਜਾਤੀ, ਜਿਹਦੀ ਕਿਰਪਾ ਦੇ ਨਾਲ ਤੈਨੂੰ ਆ ਮਨੁੱਖਾ ਜਾਤੀ ਮਿਲ ਗਈ ਹੈ। ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਦਿਨ ਰਾਤ ਉਸ ਮਾਲਕ ਦਾ ਆਰਾਧਨ ਕਰ। ਜੇ ਪ੍ਰਸਾਦ ਤੇਰੀ ਪਤ ਰਹਿ, ਜਿਹਦੀ ਕਿਰਪਾ ਦੇ ਨਾਲ ਹਰ ਪਾਸੇ ਤੇਰੀ ਇੱਜ਼ਤ ਰਹਿ ਜਾਂਦੀ ਹੈ। ਗੁਰ ਪ੍ਰਸਾਦ ਨਾਨਕ ਜਸ ਕਹੈ, ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰੂ ਕਹਿੰਦੇ ਨੇ ਭਾਈ ਉਸ ਵਾਹਿਗੁਰੂ ਦਾ ਜਸ ਕਹਿਣਾ ਚਾਹੀਦਾ ਹੈ। ਅਸੀਂ ਉਸ ਮਾਲਕ ਦੀ ਕਿਰਪਾ ਦੇ ਨਾਲ ਹੀ ਉਹਦਾ ਜਸ ਆਖਦੇ ਹਾਂ। ਜੇ ਪ੍ਰਸਾਦ ਸੁਨਹਿ ਕਰਨ ਨਾਦ, ਬੜਿਆਂ ਬੰਦਿਆਂ ਦੇ ਕੰਨ ਸਾਡੇ ਵਰਗੇ ਹੁੰਦੇ ਨੇ ਪਰ ਸੁਣਨ ਸ਼ਕਤੀ ਸਾਡੇ ਵਰਗੀ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੇਰੇ ਕੰਨ ਆਵਾਜ਼ ਨੂੰ ਸੁਣ ਲੈਂਦੇ ਨੇ, ਸਾਊਂਡ ਨੂੰ ਸੁਣ ਲੈਂਦੇ ਨੇ। ਜੇ ਪ੍ਰਸਾਦ ਪੇਖੈ ਬਿਸਮਾਦ, ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਜਿਹਦੀ ਕਿਰਪਾ ਦੇ ਨਾਲ ਤੂੰ ਦੁਨੀਆ ਦੇ ਵਿੱਚ ਵੇਖਦਾ ਹੈ। ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ, ਜ਼ੁਬਾਨ ਦੇ ਨਾਲ ਜਿਹਦੀ ਕਿਰਪਾ ਦੇ ਨਾਲ ਤੂੰ ਆਪਣੀ ਜ਼ੁਬਾਨ ਦੇ ਨਾਲ ਅੰਮ੍ਰਿਤ ਵਰਗੇ ਮਿੱਠੇ ਬੋਲ ਬੋਲਦਾ ਹੈ। ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜਿਹਦੀ ਕਿਰਪਾ ਦੇ ਨਾਲ ਤੂੰ ਬੜੇ ਸੁੱਖ ਦੇ ਨਾਲ ਸਹਿਜ ਦੇ ਵਿੱਚ, ਟਿਕਾ ਦੇ ਵਿੱਚ, ਆਨੰਦ ਦੇ ਵਿੱਚ ਵਸਦਾ ਹੈ। ਜੇ ਪ੍ਰਸਾਦ ਹਸਤ ਕਰ ਚੱਲੈ, ਜਿਹਦੀ ਕਿਰਪਾ ਦੇ ਨਾਲ ਤੇਰੇ ਹੱਥ ਪੈਰ ਸਰੀਰ ਦੇ ਅੰਗ ਚੱਲਦੇ ਨੇ। ਜੇ ਪ੍ਰਸਾਦ ਸੰਪੂਰਨ ਫਲੈ, ਜਿਹਦੀ ਕਿਰਪਾ ਦੇ ਨਾਲ ਤੇਰੇ ਸਰੀਰ ਦਾ ਸੰਪੂਰਨ ਵਿਕਾਸ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਜੇ ਪ੍ਰਸਾਦ ਪਰਮਗਤ ਪਾਵੇਂ, ਜਿਹਦੀ ਕਿਰਪਾ ਦੇ ਨਾਲ ਤੂੰ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ। ਜੇ ਪ੍ਰਸਾਦ ਸੁਖ ਸਹਿਜ ਸਮਾਵੇਂ, ਬੜੇ ਸੁਖ ਦੇ ਨਾਲ ਸਹਿਜ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਸਹਿਜ ਦੇ ਵਿੱਚ ਟਿਕਿਆ ਰਹਿੰਦਾ ਹੈ ਜਿਹਦੀ ਕਿਰਪਾ ਦੇ ਨਾਲ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਹਜ਼ੂਰ ਕਹਿੰਦੇ ਇਹੋ ਜਿਹੇ ਵਾਹਿਗੁਰੂ ਨੂੰ ਛੱਡ ਕੇ ਤੇ ਹੋਰ ਕਿਹੜੇ ਪਾਸੇ ਲੱਗ ਜਾਂਦਾ ਹੈ ਇਹ ਮਨ। ਗੁਰ ਪ੍ਰਸਾਦ ਨਾਨਕ ਮਨ ਜਾਗੋ, ਗੁਰੂ ਦੇ ਕਿਰਪਾ ਦੇ ਨਾਲ, ਗੁਰੂ ਦੇ ਪ੍ਰਸਾਦ ਦੇ ਨਾਲ ਮਨ ਕਰਕੇ ਜਾਗ। ਮਨ ਤੋਂ ਸਮਝ ਇਹਨਾਂ ਗੱਲਾਂ ਨੂੰ,
ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਜਿਹਦੀ ਕਿਰਪਾ ਦੇ ਨਾਲ ਤੂੰ ਸੰਸਾਰ ਦੇ ਵਿੱਚ ਪ੍ਰਗਟ ਹੋਇਆ ਹੈ। ਤਿਸ ਪ੍ਰਭ ਕੋ ਮੂਲ ਨਾ ਮਨਹੁ ਵਿਸਾਰ, ਉਸ ਵਾਹਿਗੁਰੂ ਨੂੰ ਮੂਲੋਂ ਹੀ ਭਾਵ ਕੇ ਬਿਲਕੁਲ ਨਾ ਮਨ ਤੋਂ ਪਰੇ ਕਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਜਿਹਦੀ ਕਿਰਪਾ ਦੇ ਨਾਲ ਤੇਰਾ ਪ੍ਰਤਾਪ, ਤੇਰਾ ਮਾਣ, ਤੇਰਾ ਨਾਮ ਹੈ ਇਸ ਦੁਨੀਆ ਦੇ ਵਿੱਚ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ, ਇਹ ਮੂਰਖ ਮਨ ਉਸ ਰੱਬ ਨੂੰ ਜਾਪ ਕਰ, ਉਹਦਾ ਰੱਬ ਦਾ ਜਾਪ ਕਰ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤੇਰੇ ਵੱਲੋਂ ਆਰੰਭੇ ਹੋਏ ਕਾਰਜ ਪੂਰੇ ਹੋ ਜਾਂਦੇ ਨੇ। ਤਿਸ ਹੈ ਜਾਨ ਮਨ ਸਦਾ ਹਜ਼ੂਰੇ, ਉਸ ਰੱਬ ਨੂੰ ਹਮੇਸ਼ਾ ਆਪਣੇ ਅੰਗ ਸੰਗ ਸਮਝ। ਜੇ ਪ੍ਰਸਾਦ ਤੂੰ ਪਾਵੇਂ ਸਾਥ, ਜਿਹਦੇ ਪ੍ਰਸਾਦ ਦੇ ਨਾਲ ਕਿਰਪਾ ਦੇ ਨਾਲ ਤੂੰ ਵਾਹਿਗੁਰੂ ਨੂੰ ਪਾਉਂਦਾ ਹੈ, ਸੱਚ ਨੂੰ ਪ੍ਰਾਪਤ ਹੋ ਜਾਂਦਾ ਹੈ। ਰੇ ਮਨ ਮੇਰੇ ਤੂੰ ਤਾਸਿਓ ਰਾਚ, ਐ ਮੇਰੇ ਮਨ ਤੂੰ ਉਸ ਵਾਹਿਗੁਰੂ ਦੇ ਨਾਲ ਰਚ, ਉਸ ਵਾਹਿਗੁਰੂ ਦੇ ਨਾਲ ਜੁੜ। ਜੇ ਪ੍ਰਸਾਦ ਸਭ ਕੀ ਗਤ ਹੋਏ, ਇੱਕ ਦੋ ਜਾਣਿਆਂ ਦੀ ਨਹੀਂ, ਜਿਹਦੀ ਕਿਰਪਾ ਦੇ ਨਾਲ ਸਾਰੇ ਹੀ ਮੁਕਤ ਹੋ ਜਾਂਦੇ ਨੇ, ਪਾਰ ਹੋ ਜਾਂਦੇ ਨੇ। ਨਾਨਕ ਜਾਪ ਜਪੈ ਜਪ ਸੋਏ, ਉਸ ਵਾਹਿਗੁਰੂ ਦੇ ਜਾਪ ਨੂੰ ਜਪੋ, ਉਸ ਵਾਹਿਗੁਰੂ ਦੇ ਜਾਪ ਨੂੰ ਹੀ ਕਰਨਾ ਚਾਹੀਦਾ ਹੈ। ਆਪ ਜਪਾਏ ਜਪੈ ਸੋ ਨਾਉ, ਵਾਹਿਗੁਰੂ ਆਪ ਆਪਣੇ ਜਾਪ ਨੂੰ ਕਰਾਵੇ ਤੇ ਉਹੀ ਬੰਦਾ ਫਿਰ ਨਾਮ ਨੂੰ ਜਪ ਸਕਦਾ ਹੈ, ਆਪਣੇ ਹੰਕਾਰ ਕਰਕੇ ਜਾਂ ਆਪਣੇ ਉਦਮ ਕਰਕੇ ਨਹੀਂ। ਆਪ ਗਾਵਾਏ, ਇਸ ਪੰਕਤੀ ਨੂੰ ਸਮਝ ਲਿਓ, ਅੱਖਰ ਨੂੰ ਸਮਝ ਲਿਓ। ਗਵਾਏ ਪਾਠ ਨਹੀਂ ਹੈ, ਗੱਗੇ ਨੂੰ ਕੰਨਾ ਹੈ। ਬਹੁਤਾਤ ਦੇ ਵਿੱਚ ਪਾਠ ਕਰਨ ਵੇਲੇ ਕਈ ਜਿਹੜੀ ਸੰਗਤ ਹੈ ਉਹ ਗਵਾਏ ਹੀ ਪੜ ਜਾਂਦੀ ਹੈ। ਗਵਾਏ ਦਾ ਮਤਲਬ ਹੁੰਦਾ ਹੈ ਗਵਾ ਦੇਣਾ, ਕਿਸੇ ਚੀਜ਼ ਨੂੰ ਗੁੰਮ ਕਰ ਦੇਣਾ। ਗੱਗੇ ਨੂੰ ਕੰਨਾ ਹੈ, ਆਪ ਗਾਵਾਏ ਭਾਵ ਕਿ ਕਿਸੇ ਨੂੰ ਆਪਣੇ ਗੁਣ ਗਾਵਾਉਂਦਾ ਹੈ, ਬੁਲਾਉਂਦਾ ਹੈ। ਸੋ ਹਰ ਗੁਣ ਗਾਓ, ਉਹੀ ਵਾਹਿਗੁਰੂ ਦਿਆਂ ਗੁਣਾਂ ਨੂੰ ਗਾਉਣਾ ਕਰਦਾ ਹੈ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦੀ ਕਿਰਪਾ ਦੇ ਨਾਲ ਹੀ ਸਾਡੇ ਅੰਦਰ ਉਹਦੇ ਨਾਮ ਦਾ ਚਾਨਣ ਹੁੰਦਾ ਹੈ। ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭੂ ਦੀ ਦਇਆ ਦੇ ਨਾਲ ਹੀ ਸਾਡਾ ਕਮਲ ਹਿਰਦਾ ਖਿੜਦਾ ਹੈ। ਕਮਲ ਜਦੋਂ ਰਾਤ ਹੁੰਦੀ ਹੈ ਉਦੋਂ ਉਲਟਾ ਹੋ ਜਾਂਦਾ ਹੈ, ਪਰ ਸੂਰਜ ਦੀ ਕਿਰਨ ਦੇ ਨਾਲ ਸਿੱਧਾ ਹੋ ਜਾਂਦਾ ਹੈ। ਏਦਾਂ ਜਦੋਂ ਸ਼ਬਦ ਦੀ ਕਿਰਨ ਪੈਂਦੀ ਹੈ, ਸਾਡਾ ਦਿਲ ਸਿੱਧਾ ਹੋ ਜਾਂਦਾ ਹੈ, ਹਿਰਦਾ ਸਿੱਧਾ ਹੋ ਜਾਂਦਾ ਹੈ। ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਬਸੈ ਮਨ ਸੋਏ, ਜਿਹਦੇ ਉੱਤੇ ਵਾਹਿਗੁਰੂ ਪ੍ਰਸੰਨ ਹੁੰਦਾ ਹੈ। ਸਤਿਗੁਰੂ ਕਹਿੰਦੇ ਉਹਦੇ ਮਨ ਦੇ ਵਿੱਚ ਉਹ ਵਸਦਾ ਹੈ। ਪ੍ਰਭ ਦਇਆ ਤੇ ਮਤ ਉਤਮ ਹੋਵੇ, ਪ੍ਰਭੂ ਦੀ ਦਇਆ ਦੇ ਨਾਲ ਸਾਡੀ ਮਤ ਉੱਚੀ ਹੋ ਜਾਂਦੀ ਹੈ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਐ ਵਾਹਿਗੁਰੂ ਇਹ ਸਾਰੇ ਖਜ਼ਾਨੇ ਤੇਰੀ ਹੀ ਮਾਇਆ ਨੇ, ਤੇਰੀ ਹੀ ਕਿਰਪਾ ਹੈ। ਮਾਇਆ ਜਿਹੜਾ ਹੈ ਉਹਦਾ ਭਾਵ ਹੈ ਕਿਰਪਾ, ਮਾਇਆ ਦਾ ਭਾਵ ਜੋ ਬਾਕੀ ਰੂਪਾਂ ਦੇ ਵਿੱਚ ਪੈਸੇ ਦੇ ਰੂਪ ਦੇ ਵਿੱਚ, ਸ਼ਕਤੀ ਦੇ ਰੂਪ ਦੇ ਵਿੱਚ ਆਉਂਦਾ ਹੈ। ਮਾਇਆ ਕਿਰਪਾ। ਆਪੋਂ ਕਛੁ ਨ ਕਿਨਹੂ ਲਿਆ, ਆਪਣੀ ਤਾਕਤ ਦੇ ਨਾਲ ਕਿਸੇ ਨੇ ਵੀ ਕੁਝ ਵੀ ਹਾਸਲ ਨਹੀਂ ਕੀਤਾ ਹੈ। ਜਿਤ ਜਿਤ ਲਾਭ ਹੋ ਤਿਤ ਲੱਗੇ ਹੈ ਹਰ ਨਾਥ, ਐ ਵਾਹਿਗੁਰੂ ਜਿਸ ਪਾਸੇ ਤੂੰ ਜੀਵਾਂ ਨੂੰ ਲਾਉਂਦਾ ਹੈ, ਆਪਣੀ ਮਤ ਦੇ ਅਨੁਸਾਰ ਜੀਵ ਫਿਰ ਉਸ ਪਾਸੇ ਹੀ ਲੱਗ ਜਾਂਦੇ ਨੇ। ਜਿਹੋ ਜਿਹਾ ਤੂੰ ਉਹਨਾਂ ਨੂੰ ਪ੍ਰੇਰਦਾ ਹੈ, ਉਹੋ ਜਿਹੇ ਕਰਮ ਕਰਦੇ ਨੇ, ਉਹੋ ਜਿਹੇ ਫਲ ਦੇ ਅਨੁਸਾਰ ਤੂੰ ਉਹਨਾਂ ਨੂੰ ਫਿਰ ਉਸ ਪਾਸੇ ਲਗਾ ਦਿੰਦਾ ਹੈ। ਨਾਨਕ ਇਨ ਕੈ ਕਛੂ ਨਾ ਹਾਥ, ਇਹਨਾਂ ਜੀਵਾਂ ਦੇ ਵਸ ਦੇ ਵਿੱਚ ਕੀ ਹੈ? ਇਹ ਆਪਣੇ ਵੱਲੋਂ ਤੇ ਕਰਮ ਕਰਦੇ ਨੇ, ਪਰ ਜਦੋਂ ਇਹਨਾਂ ਨੂੰ ਕਰਮਾਂ ਦਾ ਫਲ ਮਿਲਦਾ ਹੈ ਤੇ ਉਸ ਪਾਸੇ ਤੋਂ ਮਾਲਕ ਜੀ ਤੂੰ ਇਹਨਾਂ ਨੂੰ ਆਪਣੇ ਵੱਲ ਲਗਾ ਦਿੰਦਾ ਹੈ ਜਾਂ ਆਪਣੇ ਤੋਂ ਪਰੇ ਕਰ ਦਿੰਦਾ ਹੈ। ਨਾਨਕ ਇਨ ਕੈ ਕਛੂ ਨਾ ਹਾਥ, ਇਸ ਕਰਕੇ ਸਾਡਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਬਿਨਸ ਜਾਵੇ, ਇਹ ਵਸ ਦੇ ਵਿੱਚ ਆ ਜਾਵੇ। ਸ਼ਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਮਹਾਰਾਜ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਅਗੰਮ ਹੈ, ਭਾਵ ਕਿ ਇੱਕ ਹੁੰਦਾ ਹੈ ਗਮਨ ਕਰਨਾ, ਚਲੇ ਜਾਣਾ। ਅਗੰਮ ਦਾ ਭਾਵ ਹੈ ਜਿੱਥੇ ਤੱਕ ਗਮਨ ਨਹੀਂ ਕੀਤਾ ਜਾ ਸਕਦਾ, ਸਾਡੀ ਪਹੁੰਚ ਨਹੀਂ ਹੈ। ਅਗਾਧ ਡੂੰਘਾ ਹੈ ਜਿਹੜਾ, ਜਿਸ ਤਰ੍ਹਾਂ ਪੂਲ ਦੀ ਜਿਹੜੀ ਡੈਪਥ ਹੈ ਉਹ ਤੇ ਹੋਗੀ 8 ਫੀਟ ਜਾਂ 9 ਫੀਟ ਹੋ ਗਈ, ਤੇ ਪਰ ਨਾਲ ਕੀ ਹੈ ਸਮੁੰਦਰ ਦੀ ਡੂੰਘਾਈ ਬਹੁਤ ਜ਼ਿਆਦਾ ਹੁੰਦੀ ਹੈ ਨਾ, ਉਹਨੂੰ ਕਿਹਾ ਜਾਂਦਾ ਹੈ ਅਗਾਧ। ਸਤਿਗੁਰੂ ਕਹਿੰਦੇ ਨੇ ਜਿਹੜਾ ਮਾਲਕ ਅਗਾਧ ਹੈ, ਅਗੰਮ ਹੈ, ਪਹੁੰਚ ਤੋਂ ਪਰੇ ਹੈ, ਜੋ ਜੋ ਕਹੇ ਜਿਹੜਾ ਵੀ ਉਸ ਮਾਲਕ ਦਾ ਜਾਪ ਕਰਦਾ ਹੈ ਸੋ ਮੁਕਤਾ ਹੋਏ, ਉਹ ਮੁਕਤ ਹੋ ਜਾਂਦਾ ਹੈ। ਸੁਨ ਮੀਤਾ ਨਾਨਕ ਬਿਨਵੰਤਾ, ਐ ਮਿੱਤਰ ਮੇਰੀ ਇਸ ਗੱਲ ਨੂੰ ਸੁਣ, ਬੇਨਤੀ ਕਰਦਾ ਹੈ ਤੈਨੂੰ ਨਾਨਕ। ਗੁਰੂ ਸਾਹਿਬ ਵੇਖੋ ਕਹਿੰਦੇ ਨੇ, ਵੈਸੇ ਗੁਰੂ ਸਾਹਿਬ ਸਾਡੇ ਸਤਿਕਾਰਯੋਗ ਨੇ, ਅਰਥਾਂ ਦੇ ਵਿੱਚ ਅਸੀਂ ਇਹਨੂੰ ਇਦਾਂ ਹੀ ਸਮਝਾਂਗੇ, ਪਰ ਮਹਾਰਾਜ ਵੇਖੋ ਸਾਨੂੰ ਬੇਨਤੀ ਕਰਦੇ ਨੇ ਵੀ ਮੇਰੀ ਬੇਨਤੀ ਨੂੰ ਸੁਣ। ਹਾਲਾਂਕਿ ਸਾਨੂੰ ਸਤਿਗੁਰੂ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ। ਸਤਿਗੁਰੂ ਨੇ ਸੋਹਿਲਾ ਸਾਹਿਬ ਦੇ ਵਿੱਚ ਵੀ ਇਸ ਤਰੀਕੇ ਨੂੰ ਵਰਤਿਆ ਹੈ, ਜਿੱਥੇ ਅਸੀਂ ਪੜ੍ਹਦੇ ਹਾਂ ਕਰੋ ਬੇਨਤੀ ਸੁਣੋ ਮੇਰੇ ਮੀਤ।
ਇਸ ਕਰਕੇ ਸੁਣ ਮੀਤਾ, ਐ ਮਿੱਤਰ ਮੇਰੀ ਇਸ ਗੱਲ ਨੂੰ ਸੁਣ। ਨਾਨਕ ਬਿਨਵੰਤਾ, ਨਾਨਕ ਤੇਰੇ ਅੱਗੇ ਬੇਨਤੀ ਕਰਦਾ ਹੈ। ਭਾਵ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਬੇਨਤੀ ਕਰਦੇ ਨੇ, ਸਾਧ ਜਨਾ ਕੀ ਅਚਰਜ ਕਥਾ, ਰੱਬ ਦੇ ਪਿਆਰਿਆਂ ਦੀ ਅਚਰਜ ਕਥਾ, ਹੈਰਾਨ ਕਰ ਦੇਣ ਵਾਲੀ ਗੱਲ ਨੂੰ ਸੁਣ। ਇਸ ਸ਼ਲੋਕ ਦੇ ਵਿੱਚ ਸਾਧੂ ਦੀ ਸੰਗਤ ਦੀ ਮਹਿਮਾ ਆਵੇਗੀ ਤੇ ਬੇਨਤੀ ਕਰਕੇ ਅਸੀਂ ਅਸ਼ਟਪਦੀ ਸ਼ੁਰੂ ਕਰਾਂਗੇ। ਜਿੱਥੇ ਚੰਗੇ ਸਾਧੂ ਨੇ, ਮਹਾਰਾਜ ਨੇ ਉਹਨਾਂ ਦੇ ਗੁਣ ਵੀ ਗਾਏ ਨੇ, ਉਹਨਾਂ ਦੀ ਚਰਨਾਂ ਦੀ ਧੂੜ ਦੀ ਵੀ ਗੱਲ ਕੀਤੀ ਹੈ, ਪਰ ਜਿੱਥੇ ਗਲਤ ਸਾਧੂ ਨੇ, ਮਹਾਰਾਜ ਨੇ ਉਹਨਾਂ ਨੂੰ ਠੱਗ ਵੀ ਕਿਹਾ ਹੈ। ਇਸ ਕਰਕੇ ਅਸੀਂ ਸਿਰਫ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਪਾਸੇ ਨੂੰ ਵਿਚਾਰਾਂਗੇ। ਚੰਗੇ ਵੀ ਬਹੁਤ ਨੇ ਇਸ ਦੁਨੀਆ ਦੇ ਵਿੱਚ ਤੇ ਬੁਰੇ ਵੀ ਬਹੁਤ ਨੇ। ਅਸੀਂ ਜੋ ਮਹਾਰਾਜ ਨੇ ਉਪਦੇਸ਼ ਦਿੱਤਾ ਹੈ, ਇਹ ਨਹੀਂ ਕਹਿਣਾ ਵੀ ਸਾਧੂ ਹੁੰਦੇ ਹੀ ਨਹੀਂ, ਸਾਧੂ ਹੁੰਦੇ ਨੇ, ਰੱਬੀ ਪਿਆਰ ਵਾਲੇ ਹੁੰਦੇ ਨੇ, ਪਰ ਬਹੁਤ ਵਿਰਲੇ ਹੁੰਦੇ ਨੇ। ਬਹੁਤਿਆਂ ਨੇ ਆਪਣੇ ਕਾਰੋਬਾਰ ਇਸ ਪਾਸੇ ਤੋਂ ਚਲਾਏ ਨੇ। ਮਹਾਰਾਜ ਨੇ ਪਛਾਣ ਸਾਨੂੰ ਦੱਸ ਦਿੱਤੀ ਹੈ ਕਿ ਸਾਧੂ ਕਿੱਦਾਂ ਦਾ ਹੁੰਦਾ ਹੈ। ਜਿਸ ਕਰ ਅਸੀਂ ਕਿਸੇ ਸਾਧੂ ਦੇ ਲਾਗੇ ਬੈਠਦੇ ਹਾਂ, ਉਹਦੇ ਵਿੱਚੋਂ ਸਾਨੂੰ ਇਹ ਗੱਲਾਂ ਨਜ਼ਰ ਆਉਂਦੀਆਂ ਨੇ, ਉਹ ਵਾਕਿਆ ਹੀ ਸਾਧੂ ਹੈ। ਅਸ਼ਟਪਦੀ, ਸਾਧ ਕੈ ਸੰਗ ਮੁਖ ਉਜਲ ਹੋਤ, ਸਾਧੂ ਦੀ ਸੰਗਤ ਦੇ ਵਿੱਚ ਬੈਠ ਕੇ ਸਾਡਾ ਜੋ ਚਿਹਰਾ ਹੈ ਪਵਿੱਤਰ ਹੋ ਜਾਂਦਾ ਹੈ, ਭਾਵ ਕਿ ਮਾਣ ਸਾਨੂੰ ਮਹਿਸੂਸ ਹੁੰਦਾ ਹੈ। ਸਾਧ ਸੰਗ ਮਲ ਸਗਲੀ ਖੋਤ, ਸਾਡੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧੂ ਦੀ ਸੰਗਤ ਦੇ ਵਿੱਚ ਰਹਿ ਕੇ ਸਾਡਾ ਹੰਕਾਰ ਮਿਟ ਜਾਂਦਾ ਹੈ। ਸਾਧ ਕੈ ਸੰਗ ਪ੍ਰਗਟੈ ਸੁਗਿਆਨ, ਸਾਧੂ ਦੀ ਸੰਗਤ ਦੇ ਵਿੱਚ ਸਾਡੇ ਅੰਦਰ ਚੰਗਾ ਗਿਆਨ ਪ੍ਰਗਟ ਹੋ ਜਾਂਦਾ ਹੈ। ਫਿਰ ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ, ਸਾਧੂ ਦੀ ਸੰਗਤ ਕੀਤਿਆਂ ਰੱਬ ਨੇੜੇ ਬੁੱਝਣ ਲੱਗ ਪੈਂਦਾ ਹੈ, ਭਾਵ ਕਿ ਰੱਬ ਨੇੜੇ ਮਹਿਸੂਸ ਹੋਣ ਲੱਗ ਪੈਂਦਾ ਹੈ। ਸਾਧੂ ਦੀ ਸੰਗਤ ਕੀਤਿਆਂ ਹੀ ਹਜ਼ੂਰ ਕਹਿੰਦੇ ਨੇ ਸਾਡਾ ਸਾਰਿਆਂ ਕਰਮਾਂ ਦੇ ਵੱਲੋਂ ਨਿਬੇੜਾ ਹੋ ਜਾਂਦਾ ਹੈ, ਸਾਡੇ ਤੇ ਕਰਮਾਂ ਦਾ ਭਾਰ ਨਹੀਂ ਲੱਦਿਆ ਰਹਿ ਜਾਂਦਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧੂ ਦੀ ਸੰਗਤ ਦੇ ਨਾਲ ਬੰਦਾ ਨਾਮ ਵਰਗਾ ਕੀਮਤੀ ਰਤਨ ਪਾ ਲੈਂਦਾ ਹੈ। ਸਾਧ ਕੈ ਸੰਗ ਏਕ ਉਪਰ ਯਤਨ, ਸਾਧੂ ਦੀ ਸੰਗਤ ਦੇ ਵਿੱਚ ਰਹਿੰਦਿਆਂ ਫਿਰ ਬੰਦੇ ਦੀ ਸਾਰੀ ਜਿਹੜੀ ਕੋਸ਼ਿਸ਼ ਹੈ, ਯਤਨ ਹੈ, ਉਹ ਰੱਬ ਵਾਲੇ ਪਾਸੇ ਹੋ ਜਾਂਦਾ ਹੈ। ਬੰਦਾ ਰੱਬ ਵਾਲੇ ਪਾਸੇ ਨੂੰ ਤੁਰ ਪੈਂਦਾ ਹੈ। ਸਾਧ ਕੀ ਮਹਿਮਾ ਬਰਨੈ ਕੌਣ ਪ੍ਰਾਣੀ, ਹਜ਼ੂਰ ਕਹਿੰਦੇ ਬੰਦੇ ਦੇ ਵਿੱਚ ਇੰਨੀ ਹੈਸੀਅਤ ਨਹੀਂ ਕਿ ਉਹ ਸਾਧੂ ਦੀ ਮਹਿਮਾ ਦੱਸ ਦੇਵੇ, ਸਾਧੂ ਦੇ ਬਾਰੇ ਸਾਰਾ ਕੁਝ ਬੋਲ ਦੇਵੇ। ਸਾਧ ਕੀ ਮਹਿਮਾ ਕਿਹੜਾ ਬੰਦਾ ਦੱਸ ਸਕਦਾ ਹੈ। ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ, ਸਾਧੂ ਦੀ ਜਿਹੜੀ ਸੋਭਾ ਹੈ ਉਹ ਤੇ ਪ੍ਰਭੂ ਦੇ ਵਿੱਚ ਸਮਾ ਦੇਣ ਵਾਲੀ ਹੈ। ਸਾਧੂ ਆਪ ਰੱਬ ਦਾ ਰੂਪ ਹੈ, ਉਹਦੀ ਸੋਭਾ ਜੇਕਰ ਅਸੀਂ ਕਰਨੇ ਹਾਂ ਤੇ ਮਹਾਰਾਜ ਕਹਿੰਦੇ ਰੱਬ ਦੇ ਵਿੱਚ ਸਮਾ ਦੇਣ ਵਾਲੀ ਹੈ ਇਹ ਸੋਭਾ। ਸਾਧ ਕੈ ਸੰਗ ਅਗੋਚਰ ਮਿਲੇ, ਅਗੋਚਰ ਹੁੰਦਾ ਹੈ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਉਹ ਰੱਬ ਜਿਹੜਾ ਅਗੋਚਰ ਹੈ, ਸਾਧੂ ਦੀ ਸੰਗਤ ਦੇ ਵਿੱਚ ਰਹਿੰਦਿਆਂ ਉਹਦੇ ਬਾਰੇ ਸਮਝ ਪੈ ਜਾਂਦੀ ਹੈ। ਸਾਧ ਕੈ ਸੰਗ ਸਦਾ ਪ੍ਰਫੁੱਲੈ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਸਾਡਾ ਹਿਰਦਾ ਸਦਾ ਪ੍ਰਫੁੱਲਿਤ ਹੁੰਦਾ ਹੈ। ਸਾਧ ਕੈ ਸੰਗ ਆਵਹਿ ਬਸ ਪੰਚਾ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਪੰਜ ਵਿਕਾਰ ਸਾਡੇ ਵਸ ਦੇ ਵਿੱਚ ਆ ਜਾਂਦੇ ਨੇ। ਸਾਧ ਸੰਗ ਅੰਮ੍ਰਿਤ ਰਸ ਭੁੰਚਾ, ਨਾਮ ਅੰਮ੍ਰਿਤ ਰਸ ਨੂੰ ਅਸੀਂ ਭੁੰਚਦੇ ਹਾਂ ਸਾਧੂ ਦੀ ਸੰਗਤ ਦੇ ਵਿੱਚ ਰਿਹਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧੂ ਦੀ ਸੰਗਤ ਦੇ ਵਿੱਚ ਰਹਿਣ ਦੇ ਨਾਲ ਬੰਦਾ ਸਾਰਿਆਂ ਨੂੰ ਆਪਣੇ ਤੋਂ ਉੱਤੇ ਮੰਨਦਾ ਹੈ, ਆਪ ਆਪਣੇ ਆਪ ਨੂੰ ਸਾਰਿਆਂ ਦੀ ਰੇਣ ਮੰਨਦਾ ਹੈ, ਧੂੜੀ ਮੰਨਦਾ ਹੈ। ਰੇਣ ਮਤਲਬ ਧੂੜੀ ਹੈ। ਸਾਧ ਕੈ ਸੰਗ ਮਨੋਹਰ ਬੈਨ, ਸਾਧੂ ਦੀ ਸੰਗਤ ਵਿੱਚ ਰਿਹਾ ਬੰਦੇ ਦੇ ਬੋਲ ਬੈਨ ਸੋਹਣੇ ਹੋ ਜਾਂਦੇ ਨੇ, ਮਨੋਹਰ ਹੋ ਜਾਂਦੇ ਨੇ। ਸਾਧ ਕੈ ਸੰਗ ਨਾ ਕਤਹੁ ਧਾਵੈ, ਸਾਧੂ ਦੀ ਸੰਗਤ ਰਿਹਾ ਬੰਦੇ ਦਾ ਮਨ ਕਿਤੇ ਇੱਧਰ ਉੱਧਰ ਨਹੀਂ ਦੌੜਦਾ ਹੈ। ਸਾਧ ਸੰਗ ਅਸਥਿਤ ਮਨ ਪਾਵੇ, ਮਨ ਸਥਿਤ ਹੋ ਜਾਂਦਾ ਹੈ, ਟਿਕ ਜਾਂਦਾ ਹੈ ਸਾਧੂ ਦੀ ਸੰਗਤ ਦੇ ਵਿੱਚ ਰਿਹਾ ਮਨ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧੂ ਦੀ ਸੰਗਤ ਦੇ ਵਿੱਚ ਰਹਿੰਦਿਆਂ ਬੰਦਾ ਆਪਣੇ ਆਪ ਨੂੰ ਮਾਇਆ ਦੇ ਪ੍ਰਭਾਵ ਤੋਂ ਭਿੰਨ ਕਰ ਲੈਂਦਾ ਹੈ, ਵੱਖ ਕਰ ਲੈਂਦਾ ਹੈ। ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਬੰਦਾ ਜੋ ਹੈ ਸਤਿਗੁਰੂ ਕਹਿੰਦੇ ਨੇ ਮਾਲਕ ਉਸ ਮਨੁੱਖ ਦੇ ਉੱਤੇ ਪ੍ਰਸੰਨ ਰਹਿੰਦਾ ਹੈ, ਖੁਸ਼ ਰਹਿੰਦਾ ਹੈ ਸਾਧੂ ਦੀ ਸੰਗਤ ਦੇ ਵਿੱਚ ਰਹੀਏ ਤੇ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਦੀ ਸੰਗਤ ਕੀਤਿਆਂ ਜਿਹੜੇ ਪਹਿਲਾਂ ਸਾਨੂੰ ਦੁਸ਼ਮਣ ਪ੍ਰਤੀਤ ਹੁੰਦੇ ਨੇ ਸਾਡੇ ਮਿੱਤਰ ਬਣ ਜਾਂਦੇ ਨੇ। ਗੁਰੂ ਸਾਹਿਬ ਦੀ ਬਾਣੀ ਦਾ ਇੱਕ ਬੋਲ ਪੜ੍ਹਦੇ ਹਾਂ ਅਸੀਂ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਭਾਵ ਕਿ ਜਦੋਂ ਅਸੀਂ ਸੰਗਤ ਪ੍ਰਾਪਤ ਕੀਤੀ ਸਾਡੇ ਅੰਦਰੋਂ ਕੋਈ ਵੈਰੀ ਸਾਨੂੰ ਨਜ਼ਰ ਹੀ ਨਹੀਂ ਆਇਆ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਨ ਆਈ।
ਜਿਹੜੇ ਸਾਨੂੰ ਪਹਿਲਾਂ ਆਪਣੇ ਦੁਸ਼ਮਣ ਪ੍ਰਤੀਤ ਹੁੰਦੇ ਨੇ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਉਹ ਸਾਰੇ ਮਿੱਤਰ ਬਣ ਜਾਂਦੇ ਨੇ। ਸਾਧੂ ਕੈ ਸੰਗ ਮਹਾ ਪੁਨੀਤ, ਸਾਧੂ ਦੀ ਸੰਗਤ ਦੇ ਵਿੱਚ ਰਹਿੰਦਿਆਂ ਬੰਦਾ ਬਹੁਤ ਜ਼ਿਆਦਾ ਪਵਿੱਤਰ ਹੋ ਜਾਂਦਾ ਹੈ। ਸਾਧ ਸੰਗ ਕਿਸ ਸਿਓ ਨਹੀਂ ਬੈਰ, ਸਾਧੂ ਦੀ ਸੰਗਤ ਦੇ ਵਿੱਚ ਰਹਿਣ ਦੇ ਨਾਲ ਫਿਰ ਉਹਦਾ ਕਿਸੇ ਨਾਲ ਵੈਰ ਨਹੀਂ ਰਹਿੰਦਾ। ਸਾਧ ਕੈ ਸੰਗ ਨਾ ਵਿੰਗਾ ਪੈਰ, ਉਹਦਾ ਪੈਰ ਵੀ ਵਿੰਗਾ ਨਹੀਂ, ਭਾਵ ਕਿ ਗਲਤ ਪਾਸੇ ਨਹੀਂ ਜਾਂਦਾ, ਪੈਰ ਉਹਦਾ ਉਲਟੇ ਪਾਸੇ ਨਹੀਂ ਜਾਂਦਾ ਹੈ। ਸਾਧ ਕੈ ਸੰਗ ਨਾਹੀ ਕੋ ਮੰਦਾ, ਉਹ ਕਿਸੇ ਨੂੰ ਵੀ ਮੰਦਾ ਨਹੀਂ ਮੰਨਦਾ, ਕੋਈ ਵੀ ਉਹਨੂੰ ਬੁਰਾ ਨਹੀਂ ਲੱਗਦਾ। ਹਜ਼ੂਰ ਕਹਿੰਦੇ ਨੇ ਸਾਧ ਸੰਗ ਜਾਣੇ ਪਰਮਾਨੰਦਾ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਪਰਮ ਆਨੰਦ ਦੇਣ ਵਾਲੇ, ਵੱਡਾ ਆਨੰਦ ਦੇਣ ਵਾਲੇ ਮਾਲਕ ਨੂੰ ਬੰਦਾ ਜਾਣ ਲੈਂਦਾ ਹੈ। ਸਾਧ ਕੈ ਸੰਗ ਨਾਹੀ ਹਉ ਤਾਪ, ਜਿੱਦਾਂ ਆਮ ਬੁਖਾਰ ਹੁੰਦੇ ਨੇ ਨਾ ਬੰਦੇ ਨੂੰ, ਇਦਾਂ ਗੁਰੂ ਸਾਹਿਬ ਕਹਿੰਦੇ ਨੇ ਕਈਆਂ ਨੂੰ ਹਉਮੈ ਦੇ ਰੋਗ ਹੁੰਦੇ ਨੇ, ਹਉਮੈ ਦੇ ਬੁਖਾਰ ਹੁੰਦੇ ਨੇ, ਈਗੋ ਦਾ ਬੁਖਾਰ ਹੁੰਦਾ ਹੈ। ਪਰ ਜੇ ਸਾਧੂ ਦੀ ਸੰਗਤ ਦੇ ਵਿੱਚ ਚਲੇ ਜਾਈਏ ਤੇ ਫਿਰ ਹਉਮੈ ਦਾ ਬੁਖਾਰ ਉਹ ਉਤਰ ਜਾਂਦਾ ਹੈ। ਸਾਧ ਕੈ ਸੰਗ ਤਜੈ ਸਭ ਆਪ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਬੰਦਾ ਸੈਲਫਿਸ਼ ਨਹੀਂ ਹੁੰਦਾ, ਫਿਰ ਆਪ ਨੂੰ ਤਜ ਦਿੰਦਾ ਹੈ, ਭਾਵ ਕਿ ਕੇਵਲ ਤੇ ਕੇਵਲ ਆਪਣੇ ਬਾਰੇ ਹੀ ਨਹੀਂ ਸੋਚਦਾ, ਇਸ ਆਪੇ ਨੂੰ ਨਿਵਾਰ ਲੈਂਦਾ ਹੈ। ਆਪੇ ਜਾਣੈ ਸਾਧ ਵਡਾਈ, ਵਾਹਿਗੁਰੂ ਆਪ ਹੀ ਸਾਧੂ ਦੀ ਵਡਿਆਈ ਨੂੰ ਜਾਣਦਾ ਹੈ ਤੇ ਸਾਧੂ ਆਪਣੇ ਬਾਰੇ ਵੀ ਆਪ ਹੀ ਜਾਣਦਾ ਹੈ। ਨਾਨਕ ਸਾਧ ਪ੍ਰਭੂ ਬਣ ਆਈ, ਸਾਧੂ ਦੀ ਤੇ ਪ੍ਰਭੂ ਦੀ ਆਪਸ ਦੇ ਵਿੱਚ ਬਣ ਆਈ ਹੈ, ਭਾਵ ਕਿ ਦੋਵਾਂ ਦੀ ਆਪਸ ਦੇ ਵਿੱਚ ਬਹੁਤ ਗੂੜੀ ਮਿੱਤਰਤਾ ਹੈ, ਇੱਕ ਦੂਸਰੇ ਦੇ ਨਾਲ ਮਿਲੇ ਹੋਏ ਨੇ। ਸਾਧ ਕੈ ਸੰਗ ਨਾ ਕਬਹੂ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਧੂ ਦੀ ਸੰਗਤ ਰਿਹਾ ਨਾ ਤੇ ਫਿਰ ਬੰਦੇ ਦਾ ਮਨ ਕਦੀ ਦੌੜਦਾ ਹੈ ਤੇ ਨਾਲ ਹੀ ਬੰਦਾ ਹਮੇਸ਼ਾ ਸੁਖ ਪਾਉਂਦਾ ਹੈ। ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹਿ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਨਾਮ ਜਿਹੜਾ ਅਗੋਚਰ ਵਸਤੂ ਹੈ, ਜਿਹਦੇ ਤੱਕ ਆਮ ਕਰਕੇ ਪਹੁੰਚ ਨਹੀਂ ਨਾ ਹੁੰਦੀ, ਹਜ਼ੂਰ ਕਹਿੰਦੇ ਉਹ ਨਾਮ ਮਿਲ ਜਾਂਦਾ ਹੈ। ਅਜਰ ਸਹਿ ਦਾ ਮਤਲਬ ਹੈ ਅਜਰ, ਜਿਹੜਾ ਜਰਿਆ ਨਹੀਂ ਜਾ ਸਕਦਾ, ਜੋ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜਿਹੜਾ ਆਮ ਬੰਦੇ ਦੇ ਪੇਸ਼ੈਂਸ ਤੋਂ ਬਾਹਰ ਹੈ, ਬੰਦਾ ਉਹਨੂੰ ਵੀ ਜਰਨਾ ਸ਼ੁਰੂ ਕਰ ਦਿੰਦਾ ਹੈ, ਬੰਦਾ ਇੰਨੀ ਪਾਵਰ ਵਾਲਾ ਹੋ ਜਾਂਦਾ ਹੈ। ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧੂ ਦੀ ਸੰਗਤ ਦੇ ਵਿੱਚ ਰਹਿਣ ਦੇ ਨਾਲ ਬੰਦਾ ਉੱਚੀ ਆਤਮਿਕ ਅਵਸਥਾ ਦੇ ਵਿੱਚ ਵਿਚਰਦਾ ਹੈ ਤੇ ਰੱਬ ਦੇ ਘਰ ਤੱਕ ਉਹਦੀ ਪਹੁੰਚ ਹੋ ਜਾਂਦੀ ਹੈ, ਉਸ ਮਹਿਲ ਤੱਕ ਪਹੁੰਚ ਜਾਂਦਾ ਹੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਬੰਦਾ ਆਪਣੇ ਫਰਜ਼ਾਂ ਨੂੰ ਪਹਿਚਾਣਦਾ ਹੈ। ਸਾਧੂ ਉਹ ਨਹੀਂ ਜਿਹੜਾ ਸਾਨੂੰ ਫਰਜ਼ਾਂ ਤੋਂ ਭਜਾ ਦੇਵੇ ਵੀ ਛੱਡੋ ਸਾਰਾ ਕੁਝ, ਨਹੀਂ, ਸਾਧੂ ਕਹਿੰਦਾ ਹੈ ਭਾਈ ਕਰਮ ਵੀ ਕਰਨੇ ਨੇ, ਪਰ ਕਰਮ ਕਰਦਿਆਂ ਨਿਸ਼ਕਰਮ ਵੀ ਹੋਣਾ ਹੈ ਤੇ ਕਰਮ ਕਰਦਿਆਂ ਬੰਦਗੀ ਵੀ ਕਰਨੀ ਹੈ। ਬੰਦਾ ਆਪਣੇ ਫਰਜ਼ਾਂ ਨੂੰ ਪਹਿਚਾਣਦਾ ਹੈ ਵੀ ਮੈਂ ਇਸ ਧਰਤੀ ਦੇ ਉੱਤੇ ਆਇਆ ਕਿਉਂ ਹਾਂ। ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧੂ ਦੀ ਸੰਗਤ ਦੇ ਵਿੱਚ ਉਹਦਾ ਫਿਰ ਧਿਆਨ ਕੇਵਲ ਤੇ ਕੇਵਲ ਪਾਰ ਬ੍ਰਹਮ ਵਾਹਿਗੁਰੂ ਦੇ ਵੱਲ ਹੋ ਜਾਂਦਾ ਹੈ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਬੰਦਾ ਨਾਮ ਰੂਪੀ ਖਜ਼ਾਨੇ ਨੂੰ ਪਾ ਲੈਂਦਾ ਹੈ। ਨਿਧਾਨ ਦਾ ਮਤਲਬ ਹੈ ਖਜ਼ਾਨਾ। ਨਾਨਕ ਸਾਧੂ ਕੈ ਕੁਰਬਾਨ, ਮਹਾਰਾਜ ਕਹਿੰਦੇ ਨੇ ਕਿ ਅਸੀਂ ਤੇ ਸਾਧੂ ਤੋਂ ਬਲਿਹਾਰ ਜਾਂਦੇ ਹਾਂ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧੂ ਦੀ ਸੰਗਤ ਕੀਤਿਆਂ ਬੰਦਾ ਆਪਣੀਆਂ ਕੁਲਾਂ ਨੂੰ ਪਾਰ ਕਰ ਲੈਂਦਾ ਹੈ। ਜਿਸ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਿਆ ਹੈ ਨਾ, ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਘਰ ਘਰ ਬਾਬਾ ਗਾਵੀਏ, ਉਹ ਬੰਦੇ ਆਪ ਤੇ ਤਰ ਗਏ। ਉਹਦੇ ਜਿਹੜੇ ਅੱਗੇ ਆਉਣ ਵਾਲੇ ਬੱਚੇ ਨੇ ਉਹ ਵੀ ਇਸ ਸਿੱਖਿਆ ਨੂੰ ਸੁਣਦੇ ਨੇ ਤੇ ਬੱਚੇ ਵੀ ਇਸ ਸਿੱਖਿਆ ਦੇ ਉੱਤੇ ਚੱਲ ਕੇ ਪਾਰ ਹੋ ਜਾਂਦੇ ਨੇ। ਇਹਨੂੰ ਕਹਿੰਦੇ ਨੇ ਕੁਲਾਂ ਦਾ ਤਰ ਜਾਣਾ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਫਿਰ ਕੋਈ ਰਿਸ਼ਤੇਦਾਰ ਆ ਜਾਵੇ, ਮਿੱਤਰ ਆ ਜਾਵੇ, ਜਦੋਂ ਉਹ ਵੇਖਦਾ ਹੈ ਵੀ ਇਹਨਾਂ ਦੇ ਘਰ ਦੇ ਵਿੱਚ ਮਾਹੌਲ ਬਹੁਤ ਵਧੀਆ ਹੈ, ਫਿਰ ਉਹ ਵੀ ਇਸ ਚੀਜ਼ ਨੂੰ ਆਪਣੇ ਘਰ ਦੇ ਵਿੱਚ ਜਾ ਕੇ ਇੰਪਲੀਮੈਂਟ ਕਰਦਾ ਹੈ ਜਦੋਂ, ਤੇ ਉਹ ਵੀ ਸੌਖਾ ਹੋ ਜਾਂਦਾ ਹੈ। ਏਦਾਂ ਸਾਧੂ ਦੀ ਸੰਗਤ ਦੇ ਵਿੱਚ ਸਤਿਗੁਰੂ ਕਹਿੰਦੇ ਬੰਦਾ ਆਪ ਤੇ ਪਾਰ ਹੁੰਦਾ ਹੈ, ਉਹਦੇ ਰਿਸ਼ਤੇਦਾਰ ਮਿੱਤਰ ਸੰਬੰਧੀ ਇਹ ਵੀ ਸਾਰੇ ਨਿਸਤਰ ਜਾਂਦੇ ਨੇ, ਪਾਰ ਹੋ ਜਾਂਦੇ ਨੇ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਇੱਕ ਤੇ ਨਾਮ ਧਨ ਹੈ, ਇੱਕ ਹੈ ਆਮ ਧਨ। ਆਮ ਧਨ ਅਸੀਂ ਵਰਤਾਂਗੇ ਤੇ ਮੁੱਕਦਾ ਹੈ ਜਿੰਨਾ ਵੰਡਾਂਗੇ, ਪਰ ਗੁਰੂ ਸਾਹਿਬ ਨੇ ਨਾਮ ਧਨ ਦੀ ਗੱਲ ਕੀਤੀ ਹੈ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਵੀ ਨਾਮ ਧਨ ਜਿਹੜਾ ਹੈ ਇਹਦੇ ਨਾਲ ਸਾਰੀ ਦੁਨੀਆ ਹੀ ਰੱਜ ਸਕਦੀ ਹੈ। ਜਿੱਦਾਂ ਸੁਖਮਨੀ ਸਾਹਿਬ ਹੈ, ਸਤਿਗੁਰੂ ਨੇ ਬਖਸ਼ਿਸ਼ ਕੀਤੀ, ਉਪਰਾਲਾ ਬਣਾ ਦਿੱਤਾ ਵੀ ਅਸੀਂ ਇੱਕ ਦੂਸਰੇ ਦੇ ਨਾਲ ਬੈਠ ਕੇ ਵਿਚਾਰਦੇ ਪਏ ਹਾਂ,
ਆਪ ਜੀ ਕੱਲ ਕਿਸੇ ਨੂੰ ਸੁਖਮਨੀ ਸਾਹਿਬ ਦੇ ਅਰਥ ਦੱਸਦੇ ਜੇ ਤੇ ਆਪ ਜੀ ਨੂੰ ਵੀ ਯਾਦ ਰਹਿਣਗੇ, ਅੱਗੇ ਹੋਰ ਨੂੰ ਪਤਾ ਲੱਗ ਗਏ। ਇਹਦਾ ਮਤਲਬ ਹੈ ਵੀ ਇਹ ਖਜ਼ਾਨਾ ਵੱਧਦਾ ਗਿਆ, ਸਾਰਾ ਸੰਸਾਰ ਹੀ ਵਰਸਾਇਆ ਗਿਆ। ਵਰਸਾਉਣ ਦਾ ਮਤਲਬ ਸਾਰੇ ਸੰਸਾਰ ਦੇ ਉੱਤੇ ਕਿਰਪਾ ਹੋ ਗਈ। ਸਾਧੂ ਦੀ ਸੰਗਤ ਦੇ ਵਿੱਚ ਰਹਿੰਦਿਆਂ ਉਹ ਧਨ ਪ੍ਰਾਪਤ ਹੁੰਦਾ ਹੈ ਜਿਹਦੇ ਧਨ ਦੇ ਨਾਲ ਸਾਰਾ ਸੰਸਾਰ ਹੀ ਰਲ ਜਾਂਦਾ ਹੈ, ਨਿਹਾਲ ਹੋ ਜਾਂਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਰੀ ਦੁਨੀਆ ਧਰਮਰਾਜ ਤੋਂ ਡਰਦੀ ਫਿਰਦੀ ਹੈ ਜੋ ਹਿੰਦੁਸਤਾਨ ਦੇ ਖਿਆਲ ਨੇ, ਪਰ ਮਹਾਰਾਜ ਕਹਿੰਦੇ ਨੇ ਧਰਮਰਾਜ ਵੀ ਸੇਵਾ ਕਰਦਾ ਹੈ ਜਿਹਨੇ ਸਾਧੂ ਦੀ ਸੰਗਤ ਕੀਤੀ ਹੋਵੇ। ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਜਹ ਸਾਧੂ ਗੋਬਿੰਦ ਭਰਜਨ ਕੀਰਤਨ ਨੀਤ, ਨਿਕਟ ਨਾ ਜਾਈਓ ਦੂਤ ਨਾ ਹੋ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੈ ਨਿਕਟ ਨਾ ਜਾਈਓ ਦੂਤ। ਇਸ ਕਰਕੇ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰਦੇਵਾ। ਸਾਧੂ ਦੀ ਸੰਗਤ ਕੀਤਿਆਂ ਦੇਵਤਿਆਂ ਦੇ ਲੋਕ ਦੇ ਵਿੱਚ ਉੱਥੇ ਵੀ ਸ਼ੋਭਾ ਹੁੰਦੀ ਹੈ, ਭਾਵ ਕਿ ਹਰ ਕੋਈ ਵਡਿਆਈ ਬਖਸ਼ਦਾ ਹੈ। ਸਾਧੂ ਕੈ ਸੰਗ ਪਾਪ ਪਲਾਇਨ, ਸਾਧੂ ਦੀ ਸੰਗਤ ਕੀਤਿਆਂ ਬੰਦੇ ਦੇ ਪਾਪ ਚਲੇ ਜਾਂਦੇ ਨੇ, ਭਾਵ ਕਿ ਉਹਦਾ ਸੁਭਾਅ ਚੰਗਾ ਹੋ ਜਾਂਦਾ ਹੈ। ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਨਾਮ ਅੰਮ੍ਰਿਤ ਦੇ ਗੁਣਾਂ ਨੂੰ ਆਪਣੀ ਜ਼ੁਬਾਨ ਦੇ ਨਾਲ ਬਾਣੀ ਨੂੰ ਗਾਉਂਦਾ ਹੈ। ਸਾਧ ਕੈ ਸੰਗ ਸਰਬ ਥਾਨ ਗਮ, ਮਨ ਕਰਕੇ ਫਿਰ ਸਾਰੀਆਂ ਥਾਵਾਂ ਦੇ ਉੱਤੇ ਉਹਦੀ ਪਹੁੰਚ ਹੋ ਜਾਂਦੀ ਹੈ, ਭਾਵ ਕਿ ਉਹ ਆਤਮਿਕ ਸ਼ਕਤੀਆਂ ਦਾ ਮਾਲਕ ਹੋ ਜਾਂਦਾ ਹੈ। ਨਾਨਕ ਸਾਧ ਕੈ ਸੰਗ ਸਫਲ ਜਨਮ, ਉਹਦਾ ਜਨਮ ਸਫਲ ਹੋ ਜਾਂਦਾ ਹੈ ਸਾਧੂ ਦੀ ਸੰਗਤ ਦੇ ਵਿੱਚ ਰਹਿਣ ਕਰਕੇ। ਫਿਰ ਗੁਰੂ ਸਾਹਿਬ ਕਿਰਪਾ ਕਰਦੇ ਨੇ, ਸਾਧ ਕੈ ਸੰਗ ਨਹੀਂ ਕਛ ਘਾਲ, ਸਾਧੂ ਦੀ ਸੰਗਤ ਕਰ ਲਈਏ ਨਾ ਤੇ ਫਿਰ ਹੋਰ ਕਰਮ ਕਾਂਡਾਂ ਦੇ ਵਿੱਚ ਮਿਹਨਤ ਨਹੀਂ ਲੱਗਦੀ, ਫਿਰ ਸਾਡੀ ਹੋਰ ਕਰਮ ਕਾਂਡਾਂ ਵੱਲੋਂ ਸਾਨੂੰ ਖਪਣਾ ਨਹੀਂ ਪੈਂਦਾ। ਦਰਸ਼ਨ ਭੇਟਿਤ ਹੋਤ ਨਿਹਾਲ, ਸਾਧੂ ਜੀ ਤੇ ਦਰਸ਼ਨ ਕੀਤੇ ਹੀ ਸਤਿਗੁਰੂ ਕਹਿੰਦੇ ਬੰਦਾ ਨਿਹਾਲ ਹੋ ਜਾਂਦਾ ਹੈ। ਸਾਧ ਕੈ ਸੰਗ ਕਲੂਖਤ ਹਰੈ, ਕਲੂਖਤ ਦਾ ਭਾਵ ਹੈ ਜਿੱਦਾਂ ਕਿਲਬਿਖ ਹੋ ਗਏ, ਪਾਪ ਹੋ ਗਏ, ਮਾੜੇ ਕਰਮ ਜੋ ਨੇ ਉਹ ਖਤਮ ਹੋ ਜਾਂਦੇ ਨੇ ਬੰਦੇ ਦੇ ਅੰਦਰੋਂ। ਸਾਧ ਕੈ ਸੰਗ ਨਰਕ ਪਰ ਹਰੈ, ਬੰਦਾ ਨਰਕ ਵਾਲੀ ਜ਼ਿੰਦਗੀ ਨੂੰ ਆਪਣੇ ਅੰਦਰੋਂ ਪਰੇ ਕਰ ਦਿੰਦਾ ਹੈ, ਨਰਕ ਦਾ ਡਰ ਵੀ ਬੰਦੇ ਦੇ ਅੰਦਰੋਂ ਦੂਰ ਹੋ ਜਾਂਦਾ ਹੈ। ਸਾਧ ਕੈ ਸੰਗ ਈਹਾ ਊਹਾ ਸੁਹੇਲਾ, ਬੰਦੇ ਦਾ ਲੋਕ ਤੇ ਪ੍ਰਲੋਕ ਸੋਹਣਾ ਹੋ ਜਾਂਦਾ ਹੈ। ਪ੍ਰੈਜ਼ੈਂਟ ਤੇ ਫਿਊਚਰ, ਆ ਸਮਾਂ ਤੇ ਆਉਣ ਵਾਲੀ ਜਿੰਨੀ ਵੀ ਜ਼ਿੰਦਗੀ ਹੈ ਸਾਧੂ ਦੀ ਸੰਗਤ ਦੇ ਵਿੱਚ ਰਿਹਾ ਸੋਹਣਾ ਹੋ ਜਾਂਦਾ ਹੈ, ਸੁਹੇਲਾ ਹੋ ਜਾਂਦਾ ਹੈ। ਸਾਧ ਸੰਗ ਬਿਸ਼ਰਤ ਹਰ ਮੇਲਾ, ਜਿਹੜਾ ਹਰੀ ਸਾਡੇ ਨਾਲੋਂ ਵਿਛੜਿਆ ਹੁੰਦਾ ਹੈ, ਸਾਧੂ ਦੀ ਸੰਗਤ ਦੇ ਵਿੱਚ ਰਹੀਏ ਤੇ ਸਾਧੂ ਉਹਨੂੰ ਸਾਨੂੰ ਮਾਲਕ ਦੇ ਨਾਲ ਮਿਲਾ ਦਿੰਦਾ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਉੱਥੇ ਗੁਰੂ ਦੀ ਗੱਲ, ਇੱਥੇ ਸਾਧੂ ਦੀ ਗੱਲ। ਜੋ ਇੱਛਾ ਸੋਈ ਫਲ ਪਾਵੇ, ਸਾਧ ਕੈ ਸੰਗ ਨਾ ਬਿਰਥਾ ਜਾਵੇ। ਬੰਦਾ ਜੋ ਵੀ ਇੱਛਾ ਕਰਦਾ ਹੈ ਨਾ, ਮਹਾਰਾਜ ਕਹਿੰਦੇ ਨੇ ਉਸ ਫਲ ਨੂੰ ਬੰਦਾ ਪ੍ਰਾਪਤ ਕਰ ਲੈਂਦਾ ਹੈ। ਸਾਧੂ ਦੀ ਸੰਗਤ ਕਦੀ ਵਿਅਰਥ ਨਹੀਂ ਜਾਂਦੀ ਕਿ ਉਹਦੀ ਸੰਗਤ ਦੇ ਵਿੱਚ ਬੈਠੇ ਸੀ ਤੇ ਸਾਨੂੰ ਕੋਈ ਫਾਇਦਾ ਨਹੀਂ ਹੋਇਆ। ਸਪਾਰ ਬ੍ਰਹਮ ਸਾਧ ਰਿਦ ਬਸੈ, ਅਕਾਲ ਪੁਰਖ ਵਾਹਿਗੁਰੂ ਜੀ ਸਾਧੂ ਦੇ ਹਿਰਦੇ ਦੇ ਵਿੱਚ ਵਸਦਾ ਹੈ, ਉਹਦੇ ਦਿਲ ਦੇ ਵਿੱਚ ਵਸਦਾ ਹੈ। ਨਾਨਕ ਉਧਰੈ ਸਾਧ ਸੁਨ ਰਸੈ, ਹਜ਼ੂਰ ਕਹਿੰਦੇ ਸਾਰਾ ਸੰਸਾਰ ਸਾਧੂ ਦੇ ਬੋਲਾਂ ਨੂੰ ਸੁਣ ਕੇ ਤੇ ਪਾਰ ਹੋ ਜਾਂਦਾ ਹੈ। ਸਾਧ ਕੈ ਸੰਗ ਸੁਨੋ ਹਰ ਨਾਮ, ਵਾਹਿਗੁਰੂ ਜੀਓ ਕਿਰਪਾ ਕਰੋ ਕਿ ਮੈਂ ਸਾਧੂ ਦੀ ਸੰਗਤ ਦੇ ਵਿੱਚ ਜਾ ਕੇ ਤੇ ਨਾਮ ਨੂੰ ਸੁਣਾ, ਹਰੀ ਦੇ ਨਾਮ ਨੂੰ ਸੁਣਾ। ਸਾਧ ਸੰਗ ਹਰ ਕੇ ਗੁਣ ਗਾਓ, ਤੇ ਸੰਗਤ ਦੇ ਵਿੱਚ ਬੈਠ ਕੇ ਹਰੀ ਦਿਆਂ ਗੁਣਾਂ ਨੂੰ ਗਾਵਾਂ, ਕਿਉਂਕਿ ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧੂ ਦੀ ਸੰਗਤ ਰਿਹਾ ਰੱਬ ਮਨ ਤੋਂ ਭੁੱਲਦਾ ਨਹੀਂ ਹੈ। ਸਾਧ ਸੰਗ ਸਰ ਪਰ ਨਿਸਤਰੈ, ਸਤਿਗੁਰੂ ਕਹਿੰਦੇ ਭਾਈ ਡੈਫੀਨੇਟਲੀ ਜ਼ਰੂਰ ਬੰਦਾ ਸਾਧੂ ਦੀ ਸੰਗਤ ਦੇ ਵਿੱਚ ਰਹੇਗਾ ਤੇ ਪਾਰ ਜ਼ਰੂਰ ਹੋ ਜਾਵੇਗਾ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਰੱਬ ਮਿੱਠਾ ਲੱਗਣ ਲੱਗ ਪੈਂਦਾ ਹੈ, ਭਾਵ ਕਿ ਜੋ ਕਰਦਾ ਹੈ ਉਹ ਚੰਗਾ ਲੱਗਣ ਲੱਗ ਪੈਂਦਾ ਹੈ। ਸਾਧੂ ਕੈ ਸੰਗ ਘਟ ਘਟ ਡੀਠਾ, ਸਾਧੂ ਦੀ ਸੰਗਤ ਦੇ ਨਾਲ ਰੱਬ ਹਰ ਘਟ ਦੇ ਵਿੱਚ, ਹਰ ਸਰੀਰ ਦੇ ਵਿੱਚ ਉਹ ਨਜ਼ਰ ਆਉਂਦਾ ਹੈ। ਸਾਧ ਸੰਗ ਭਏ ਆਗਿਆਕਾਰੀ, ਸਾਧੂ ਦੀ ਸੰਗਤ ਦੇ ਵਿੱਚ ਰਿਹਾ ਸਤਿਗੁਰੂ ਕਹਿੰਦੇ ਨੇ ਅਸੀਂ ਫਿਰ ਮਾਲਕ ਦੇ ਆਗਿਆਕਾਰੀ ਬਣ ਜਾਂਦੇ ਹਾਂ, ਭਾਵ ਕਿ ਉਹਦਾ ਹੁਕਮ ਅਸੀਂ ਮੰਨਣਾ ਸ਼ੁਰੂ ਕਰ ਦਿੰਦੇ ਹਾਂ। ਸਾਧ ਸੰਗ ਗਤ ਭਈ ਹਮਾਰੀ, ਸਾਡੀ ਅਵਸਥਾ ਉੱਚੀ ਹੋ ਜਾਂਦੀ ਹੈ। ਸਾਧ ਕੈ ਸੰਗ ਮਿਟੇ ਸਭ ਰੋਗ, ਸਾਡੇ ਹਉਮੈ ਆਦਿਕ ਦੇ ਵਿਕਾਰਾਂ ਦੇ ਰੋਗ ਇਹ ਸਾਰੇ ਮਿਟ ਜਾਂਦੇ ਨੇ। ਨਾਨਕ ਸਾਧ ਭੇਟੇ ਸੰਜੋਗ, ਪਰ ਸਤਿਗੁਰੂ ਕਹਿੰਦੇ ਭਾਈ ਸਾਧੂ ਨੂੰ ਤੇ ਵੱਡੇ ਭਾਗਾਂ ਦੇ ਨਾਲ ਹੀ ਮਿਲਿਆ ਜਾਂਦਾ ਹੈ। ਏਡੀ ਬਖਸ਼ਿਸ਼ ਵਾਲਾ ਸਾਧੂ ਤੇ ਭਾਗ ਹੋਣ ਤੇ ਫਿਰ ਹੀ ਮਿਲਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਹੈ ਨਾ ਕਿ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸਨਾ ਭਰਿਆ ਰੇ,
ਬੜੇ ਭਾਗ ਹੋਣ ਤੇ ਫਿਰ ਇਹੋ ਜਿਹੇ ਸਾਧੂ ਨਜ਼ਰ ਆਉਂਦੇ ਨੇ, ਸਾਧ ਕੀ ਮਹਿਮਾ ਵੇਦ ਨਾ ਜਾਣੇ। ਭਾਈ ਧਾਰਮਿਕ ਗ੍ਰੰਥ, ਵੇਦ ਆਦਿਕ ਸਾਧੂ ਦੀ ਮਹਿਮਾ ਨੂੰ ਨਹੀਂ ਜਾਣਦੇ। ਕਾਰਨ, ਕਿਉਂਕਿ ਜੇਤਾ ਸੁਨਹਿ ਤੇਤਾ ਬਖਿਆਨੈ, ਉਹ ਤੇ ਜੋ ਉਹਨਾਂ ਨੇ ਸੁਣਿਆ ਹੈ ਉਹ ਤੇ ਉਹੀ ਕੁਝ ਬੋਲਦੇ ਨੇ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧੂ ਦੀ ਉਪਮਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਤੇ ਹੈ। ਰਜੋ ਤਮੋ ਸਤੋ ਗੁਣ ਤੋਂ ਉੱਤੇ ਹੈ। ਭਾਵ ਕਿ ਤ੍ਰੈ ਗੁਣੀ ਜੀਵ ਸਾਧੂ ਦੇ ਬਾਰੇ ਕੀ ਬੋਲ ਸਕਦਾ ਹੈ? ਜੇ ਬੋਲੇਗਾ ਤੇ ਉਹਨੂੰ ਪਛਤਾਵਾ ਹੀ ਹੋਵੇਗਾ। ਹਜ਼ੂਰ ਕਹਿੰਦੇ ਨੇ ਨਾ, ਜੇ ਕੋ ਕਹੇ ਪਿੱਛੇ ਪਛਤਾਏ, ਉਹ ਤਾਂ ਫਿਰ ਪਛਤਾਉਂਦਾ ਹੈ ਕਿ ਮੈਂ ਤੇ ਆਹ ਕਹਿਣਾ ਸੀ ਪਰ ਮੈਂ ਗਲਤ ਕਹਿ ਦਿੱਤਾ। ਸਾਧ ਕੀ ਉਪਮਾ ਰਹੀ ਭਰਪੂਰ, ਭਾਈ ਸਾਧੂ ਦੀ ਉਪਮਾ ਹਰ ਵੇਲੇ ਬੇਅੰਤ ਹੈ, ਹਰ ਵੇਲੇ ਪਰਿਪੂਰਨ ਹੈ। ਸਾਧ ਕੀ ਸ਼ੋਭਾ ਕਾ ਨਾ ਹੀ ਅੰਤ, ਸਾਧ ਕੀ ਸ਼ੋਭਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵੀ ਕੋਈ ਬੰਦਾ ਕਵੇ ਜੀ ਮੈਂ ਸਾਧੂ ਦੀ ਤਾਰੀਫ ਕਰ ਦਿੱਤੀ ਤਾਂ ਬਹੁਤ ਜ਼ਿਆਦਾ ਹੋ ਗਈ ਹੈ, ਉਹ ਅੰਤ ਹੀ ਨਹੀਂ ਹੈ। ਵੀ ਜਿੰਨੀ ਕੀਤੀ ਜਾਵੇ ਓਨੀ ਹੀ ਥੋੜੀ ਹੈ। ਸਾਧ ਕੀ ਸ਼ੋਭਾ ਸਦਾ ਬੇਅੰਤ, ਉਹਦੀ ਬੇਅੰਤ ਸ਼ੋਭਾ ਹੈ ਸਾਧੂ ਦੀ। ਸਾਧ ਕੀ ਸ਼ੋਭਾ ਉੱਚ ਤੇ ਉੱਚੀ, ਲੋਕੀ ਹੋਰਨਾਂ ਦੀ ਸ਼ੋਭਾ ਕਰਦੇ ਨੇ, ਤਾਰੀਫ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਸਾਧੂ ਦੀ ਸ਼ੋਭਾ ਸਾਰੀਆਂ ਤਾਰੀਫਾਂ ਦੇ ਵਿੱਚੋਂ ਉੱਤਮ ਤਾਰੀਫ ਹੈ। ਬੰਦਿਆਂ ਦੇ ਗੁਣ ਕੀ ਗਾਉਣੇ ਨੇ? ਮਹਾਰਾਜ ਕਹਿੰਦੇ ਨੇ ਸਾਧੂ ਦੇ ਗੁਣ ਗਾਓ, ਗੁਰੂ ਨਾਨਕ ਦੇ ਗੁਣ ਗਾਓ। ਸਾਧ ਕੀ ਸ਼ੋਭਾ ਮੂਚ ਤੇ ਮੂਚੀ, ਭਾਵ ਕਿ ਬਹੁਤਿਆਂ ਦੇ ਵਿੱਚੋਂ ਉੱਚੀ ਹੈ। ਇਹਨੂੰ ਸਮਝ ਲੈਣਾ, ਇਹ ਦੋਵੇਂ ਲਫ਼ਜ਼ ਉੱਚ ਤੇ ਉੱਚੀ ਤੇ ਮੂਚ ਤੇ ਮੂਚੀ ਇਹ ਇਕੱਠੇ ਨੇ। ਵੀ ਬਹੁਤਿਆਂ ਦੇ ਵਿੱਚੋਂ ਬਹੁਤੀ ਤੇ ਉੱਚਿਆਂ ਦੇ ਵਿੱਚੋਂ ਉੱਚੀ ਹੈ ਸਾਧੂ ਦੀ ਸ਼ੋਭਾ। ਸਾਧ ਕੀ ਸ਼ੋਭਾ ਸਾਧ ਬਣ ਆਈ, ਪਰ ਮਹਾਰਾਜ ਕਹਿੰਦੇ ਸਾਧੂ ਦੀ ਸ਼ੋਭਾ ਤੇ ਸਾਧੂ ਨੂੰ ਹੀ ਬਣ ਕੇ ਆਉਂਦੀ ਹੈ। ਭਾਵ ਕਿ ਵਾਕਿਆ ਹੀ ਕੋਈ ਏਡੇ ਕਰਮਾਂ ਵਾਲਾ ਸਾਧੂ ਹੋਵੇ ਤੇ ਫਿਰ ਉਸੇ ਸਾਧੂ ਦੀ ਐਨੀ ਤਾਰੀਫ ਕੀਤੀ ਚੰਗੀ ਲੱਗਦੀ ਹੈ, ਆਮ ਬੰਦੇ ਦੀ ਨਹੀਂ, ਆਮ ਦੇ ਸਾਧੂ ਦੀ ਨਹੀਂ। ਜਿਹੜਾ ਵਾਕਿਆ ਸਾਧੂ ਹੋਵੇ ਉਹਦੀ ਤੇ ਏਦਾਂ ਤਾਰੀਫ ਕਰਨੀ ਚਾਹੀਦੀ ਹੈ। ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਇਹ ਵਾਹਿਗੁਰੂ ਸਤਿਗੁਰੂ ਕਹਿੰਦੇ ਨੇ ਸਾਧੂ ਦੇ ਵਿੱਚ ਤੇ ਪ੍ਰਭੂ ਦੇ ਵਿੱਚ ਭੇਦ ਨਹੀਂ ਹੈ, ਦੋਵਾਂ ਦੇ ਵਿੱਚ ਫਰਕ ਨਹੀਂ ਹੈ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋਏ ਨਾ ਸਕਿਆ ਪਛਾਨੀ। ਜਿਹਨੂੰ ਸਵਈਆਂ ਦੇ ਵਿੱਚ ਭੱਟ ਸਾਹਿਬਾਨ ਕਹਿੰਦੇ ਨੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ, ਏਕ ਜੀ ਕਿਆ ਬਖਾਨੈ, ਹਾ ਕੇ ਬਲ 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 ਸਦ ਬਲਿਹਾਰ। ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਾਧੂ ਦੇ ਵਿੱਚ ਤੇ ਪ੍ਰਭੂ ਦੇ ਵਿੱਚ ਕੋਈ ਫਰਕ ਨਹੀਂ ਹੈ, ਦੋਵੇਂ ਇੱਕਮਿਕ ਨੇ। ਸਾਧੂ ਰੱਬ ਦਾ ਰੂਪ ਹੋ ਗਿਆ ਹੈ। ਸਾਧੂ ਦੇ ਭਾਵ ਗੁਰੂ ਵਾਲੇ ਪਾਸੇ ਤੋਂ ਵੀ ਅਸੀਂ ਅਰਥ ਕਰ ਸਕਦੇ ਹਾਂ। ਪੁੱਗੇ ਹੋਏ ਸਾਧੂ ਦੀ ਗੱਲ ਵੀ ਮਹਾਰਾਜ ਨੇ ਇੱਥੇ ਬੋਲੀ ਹੈ। ਇਹ ਦੋ ਅਸ਼ਟਪਦੀਆਂ ਅਸੀਂ ਵਿਚਾਰੀਆਂ ਨੇ, ਇੱਕ ਤੇ ਪੰਜਾਂ ਵਿਕਾਰਾਂ ਦੇ ਬਾਰੇ ਤੇ ਇੱਕ ਜੋ ਅਸੀਂ ਬੋਲਿਆ ਹੈ ਉਹ ਸਾਧੂ ਦੀ ਮਹਿਮਾ ਦੇ ਬਾਰੇ। ਗੁਰੂ ਬਖਸ਼ਿਸ਼ ਕਰਨ, ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਆਪ ਜੀ ਦਾ ਬਹੁਤ ਧੰਨਵਾਦ ਜੋ ਆਪ ਜੀ ਨੇ ਸਮਾਂ ਕੱਢ ਕੇ ਤੇ ਇੱਥੇ ਜੁੜੇ ਹੋ। ਮੇਰੇ ਪਾਸੋਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਭੁੱਲਾਂ ਦੀ ਖਿਮਾ, ਸਤਿਗੁਰੂ ਤੰਦਰੁਸਤੀ ਬਖਸ਼ਣ। ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਹੀ ਅਸੀਂ ਜੁੜਨ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਸਾਡੇ ਇਸ ਸੈਸ਼ਨ ਦੀ ਇੱਥੇ ਸਮਾਪਤੀ ਹੈ ਜੀ। ਅਗਲੀ ਜੋ ਬੇਨਤੀ ਹੈ ਉਹ ਵੀਰ ਜੀ ਆਪ ਜੀ ਨੂੰ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ, ਬਹੁਤ ਬਹੁਤ ਧੰਨਵਾਦ। ਪਿਆਰ ਦੇ ਨਾਲ ਸੰਗਤ ਨੂੰ 6ਵੀਂ ਅਤੇ 7ਵੀਂ ਅਸ਼ਟਪਦੀ ਦੇ ਜੋ ਅਰਥ ਨੇ ਉਹ ਆਪ ਜੀ ਨੇ ਬੜੇ ਸੋਹਣੇ ਢੰਗ ਨਾਲ ਦੱਸੇ। ਵੀਰ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਜੀ।